ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਾਦ ਪੰਕਜ, ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ, ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋੜੀ ਜੀ, ਨਮੋ ਕਰ ਜੋੜੀ। ਗੁਰ ਹਰਿ ਕ੍ਰਿਸ਼ਨ ਮਨਾਈ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵਿਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਗੁਰੂ ਸਾਹਿਬ ਜੀਓ। ਹਿਮ ਸਤਿਗੁਰ ਦੇ ਉਪਦੇਸ਼, ਦਾਸਨ ਕੀ ਸ੍ਰਿਯ ਚਹਿਤ ਵਿਸ਼ੇਸ਼। ਇੱਕ ਦਿਨ ਚੰਚਲ ਚੜ੍ਹੇ ਤੁਰੰਗ, ਗਏ ਵਹਿਰ ਬਹੁ ਸੰਗਤ ਸੰਗ। ਹਿਮ ਸਤਿਗੁਰ ਦੇ ਉਪਦੇਸ਼, ਦਾਸਨ ਕੀ ਸ੍ਰਿਯ ਚਹਿਤ ਵਿਸ਼ੇਸ਼। ਇੱਕ ਦਿਨ ਚੰਚਲ ਚੜ੍ਹੇ ਤੁਰੰਗ, ਗਏ ਵਹਿਰ ਬਹੁ ਸੰਗਤ ਸੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਤਿਤ ਪਾਵਨ ਭਗਤ ਵਛਲ, ਦਇਆ ਨਿਧ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਹਰਾ ਜ਼ਹੂਰ, ਊਚ ਅਪਾਰ ਬੇਅੰਤ ਸੁਆਮੀ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸੰਧਿਆ ਸਮੇਂ ਦੇ ਸੁੰਦਰ ਸਜ ਰਹੇ ਦੀਵਾਨ ਅੰਦਰ
ਹਾਜ਼ਰੇ ਪਰ ਕਰਕੇ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਪਾਤਸ਼ਾਹ ਦੇ ਦਰਸ਼ਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰੂ ਹਰਿ ਰਾਏ ਸਾਹਿਬ ਜੀ ਪਾਤਸ਼ਾਹ ਦੇ ਦਰ ਕਰਦੀ ਮਹਾਨ ਵਡਿਆਈ ਸਿਫਤ ਸਲਾਘਾ। ਆਪ ਦੀ ਲੜੀਵਾਰ ਕਥਾ ਰੂਪ ਅੰਦਰ ਨਿਤਾ ਪ੍ਰਤੀ, ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਹਾਜ਼ਰੇ ਭਰ ਕਰਕੇ ਸ਼ਰਵਣ ਕਰਦੇ ਹੋ। ਲੜੀਵਾਰ ਕਥਾ ਦਾ ਜਥਾ ਪ੍ਰਸੰਗ ਪਿਛਲੇ ਦੀਵਾਨਾਂ ਅੰਦਰ ਆਪਾਂ ਸ਼ਰਵਣ ਕੀਤਾ। ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਨਗਰੀ ਨੂੰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਪਾਤਸ਼ਾਹ ਜੀ ਭਾਗ ਲਾ ਰਹੇ ਹੈ। ਬੇਅੰਤ ਸੰਗਤਾਂ ਮੁਕਤੀ ਜੁਗਤੀ ਭੁਗਤੀ ਦੀ ਇੱਛਾ ਰੱਖ ਕੇ ਪਾਤਸ਼ਾਹ ਦੇ ਦਰਬਾਰ ਹਾਜ਼ਰੀਆਂ ਭਰਦੀ ਹੈ ਤੇ ਕਈਆਂ ਨੂੰ ਮਹਾਰਾਜ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਿਸੇ ਨੂੰ ਸੰਸਾਰੀ ਪਦਾਰਥ ਅਰ ਪਰਮਾਰਥ ਦੇ ਦਾਤੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਨਗਰੀ ਅੰਦਰ ਆਪਣਾ ਟਿਕਾ ਰੱਖ ਕਰਕੇ ਬਸੇਰਾ ਰੱਖ ਕਰਕੇ ਜੀਵਾਂ ਦੀ ਕਲਿਆਣ ਕਰ ਰਹੇ। ਇਸ ਤਰ੍ਹਾਂ ਬੇਅੰਤ ਸੰਗਤ ਮਹਾਰਾਜ ਦੇ ਚਰਨੀ ਪਹੁੰਚਦੀ ਹੈ। ਇੱਕ ਦਿਨ ਪਾਤਸ਼ਾਹ ਜੀ ਆਸਣ 'ਤੇ ਬਿਰਾਜੇ ਹੋਏ ਸਨ। ਦੁਪਹਿਰ ਦਾ ਸਮਾਂ ਸੀ, ਦੀਵਾਨ ਦੀ ਸਮਾਪਤੀ ਹੋ ਚੁੱਕੀ ਸੀ। ਗਰਮੀ ਦੇ ਦਿਨ ਚਾਦਰਾ ਬਰੀਕ ਬਣਿਆ ਹੋਇਆ ਕੱਪੜਾ ਮਹਾਰਾਜ ਨੇ ਉੱਪਰ ਤਾਣਿਆ। ਦੋ ਰਾਗੀ ਸਿੱਖ ਮਹਾਰਾਜ ਦੇ ਦਰਸ਼ਨ ਕਰਨ ਪਹੁੰਚੇ। ਸਤਿਗੁਰਾਂ ਦੇ ਚਰਨੀ ਨਮਸਕਾਰ ਕੀਤੀ। ਸੋ ਵਿਦਵਾਨ ਸਨ, ਰਾਗ ਵਿਦਿਆ ਦੇ ਧਨੀ ਸਨ। ਇਹਨਾਂ ਦੀ ਇੱਛਾ ਸੀ ਵੀ ਅਸੀਂ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਨੂੰ ਕੀਰਤਨ ਸੁਣਾਈਏ। ਇੱਕ ਰਾਗੀ ਗੁਰਮੁਖ ਦੂਜੇ ਨੂੰ ਕਹਿੰਦਾ ਹੈ ਵੀ ਹੁਣ ਕੀਰਤਨ ਸੁਣਾਉਣਾ ਵਾਜਬ ਹੈ ਕਿ ਨਹੀਂ, ਕਿਉਂਕਿ ਮਹਾਰਾਜ ਬਿਰਾਜੇ ਹੋਏ ਹੈ। ਇਹ ਨਾ ਹੋਵੇ ਆਪਾਂ ਕੀਰਤਨ ਕਰੀਏ ਖੁਸ਼ੀ ਲੈਣ ਦੀ ਬਜਾਏ ਮਹਾਰਾਜ ਗੁੱਸੇ ਹੋ ਜਾਣ। ਦੂਜਾ ਸਿੱਖ ਕਹਿੰਦਾ ਵੀ ਨਹੀਂ, ਸੰਸਾਰ ਜਿਹੜਾ ਉਹ ਤਿੰਨਾਂ ਅਵਸਥਾ ਵਿੱਚ ਰਹਿੰਦਾ ਹੈ, ਜਾਗਰਤ ਹੈ, ਸੁਪਨ ਹੈ, ਸੁਖੋਪਤੀ ਹੈ। ਸਤਿਗੁਰੂ ਮਹਾਰਾਜ ਤਾਂ ਸਦਾ ਤੁਰਿਆ ਪਦ ਵਿੱਚ ਟਿਕੇ ਰਹਿੰਦੇ, ਤੁਰਿਆ ਅਵਸਥਾ ਮਾਣ ਦੇ ਸਾਖੀ ਰੂਪ ਹਨਗੇ। ਤੋ ਇਸ ਕਰਕੇ ਆਪਾਂ ਨੂੰ ਨਹੀਂ ਵਿਚਾਰ ਕਰਨਾ ਚਾਹੀਦਾ ਤੇ ਕੀਰਤਨ ਆਰੰਭ ਕਰਨਾ ਚਾਹੀਏ। ਵਿਚਾਰ ਕਰਕੇ ਸਾਧ ਸੰਗਤ ਜੀ ਇਵੇਂ ਵਿਚਾਰ ਕਰ ਗਾਵਨ ਲਾਗੇ, ਸੁਰ ਸੁੰਦਰ ਤੇ ਉਰ ਅਨੁਰਾਗੇ। ਮਹਾਰਾਜ ਦੀ ਹਜ਼ੂਰੀ ਵਿੱਚ ਜਦੋਂ ਕੀਰਤਨ ਆਰੰਭ ਕੀਤਾ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਨੂੰ ਪਤਾ ਲੱਗਿਆ ਤਾਂ ਹੱਲੇ ਨਾਲ ਮਹਾਰਾਜ ਜੀ ਜਾਗੇ ਤੇ ਇੱਕੋ ਵਾਰ ਉੱਠ ਕੇ ਆਸਣ ਤੋਂ ਜਦੋਂ ਬਹਿਣ ਲੱਗੇ, ਭੋਏ ਜਾਂ ਖੜੇ ਹੋਣ ਲੱਗੇ, ਉਹ ਆਸਣ ਦੀ ਕੋਈ ਜਿਵੇਂ ਅੰਗੂਠਾ ਆਦਿਕ ਜੀ ਹੁੰਦੀ, ਕੋਈ ਪਾਵਾ ਕਹੋ ਬਾਈ ਕਹੋ, ਤੇ ਉਹ ਗੋਡੇ 'ਤੇ ਮਹਾਰਾਜ ਦੇ ਲੱਗੀ, ਚੋਟ ਭਾਰੀ ਲੱਗੀ ਤੇ ਖੂਨ ਵਗਿਆ। ਸਿੱਖ ਮਾਲਸ਼ ਜੀ ਕਰਨ ਲੱਗੇ, ਖੂਨ ਬੰਦ ਕੀਤਾ। ਰਾਗੀ ਸਿੱਖ ਘਬਰਾ ਗਏ ਵੀ ਇਹ ਕੀ ਬਣਿਆ। ਫਿਰ ਮਹਾਰਾਜ ਨੂੰ ਬੇਨਤੀ ਕੀਤੀ। ਸਾਰੀ ਸੰਗਤ ਜਿੰਨੀ ਕੋਈ 5, 10, 15 ਥੋੜ੍ਹੇ ਹੀ ਸਨ ਸਿੱਖ। ਕਹਿੰਦੇ ਮਹਾਰਾਜ ਵੀ ਆਪ ਜੀ ਕਿਉਂ ਨੀਂਦ 'ਤੇ ਆ ਗਏ, ਖੜ੍ਹੇ ਹੋ ਗਏ, ਕੀਰਤਨ ਹੋ ਹੀ ਰਿਹਾ ਸੀ, ਆਪ ਬਰਾਡੇ ਰਹਿੰਦੇ, ਕੀ ਲੋੜ ਸੀ ਆਪ ਜੀ ਨੂੰ ਇੱਕੋ ਵਾਰ ਇੱਦਾਂ ਉੱਠਣ ਦੀ। ਮਹਾਰਾਜ ਕਹਿੰਦੇ ਵੀ ਅਸੀਂ ਸਤਿਕਾਰ ਰੱਖਦੇ ਹਾਂ ਬਾਣੀ ਦਾ। ਉਹ ਸਿੱਖ ਕਹਿੰਦੇ ਮਹਾਰਾਜ ਵੀ ਬਾਣੀ, ਤੁਸੀਂ ਤਾਂ ਬਾਣੀ ਦੇ ਜਨਮਦਾਤੇ ਹੋ, ਤੁਹਾਡੇ ਮੁਖ 'ਚੋਂ ਬਾਣੀ ਪ੍ਰਗਟ ਹੋਈ ਸਾਰੀ, ਅਤੇ ਤੁਸੀਂ ਤਾਂ ਆਪ ਬਾਣੀ ਰੂਪ, ਬਾਣੀ ਦੇ ਮੁਜੱਸਮੇ ਹੋ, ਜਨਮਦਾਤੇ ਹੋ। ਤੁਹਾਨੂੰ ਮਹਾਰਾਜ ਵੀ ਬਾਣੀ ਨੂੰ ਬਾਣੀ ਦੀ ਸਤਿਕਾਰ ਕਰਨ ਦੀ ਕੀ ਲੋੜ ਹੈ, ਵੀ ਬਾਣੀ ਕਿਉਂ ਬਾਣੀ
ਦਾ ਸਤਿਕਾਰ ਕਰੇ, ਜਨਮ ਦਾਤੇ ਹੋ ਤੁਸੀਂ। ਤਾਂ ਮਹਾਰਾਜ ਨੇ ਫਿਰ ਉਹ ਸਭ ਦੱਸਿਆ ਸਿੱਖਾਂ ਨੂੰ ਵੀ ਸਿੱਖੋ, ਤੁਸੀਂ ਸਾਡੇ ਬੜੇ ਪਿਆਰੇ ਸਿੱਖ ਹੋ। ਜਿਹੜੀ ਬਾਣੀ ਦੀ ਮਹਿਮਾ ਹੈ ਇਹ ਤਾਂ ਅਮਿਤ ਹੈ। ਇਹ ਸੰਸਾਰ ਦੇ ਸਮੁੰਦਰ 'ਚੋਂ, ਇਸ ਅੱਗ ਦੇ ਸਮੁੰਦਰ ਸੰਸਾਰ 'ਚੋਂ ਤਰਨ ਵਾਸਤੇ ਬੇੜਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ। ਫਿਰ ਮਹਾਰਾਜ ਕਹਿੰਦੇ ਵੀ ਇਹ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਨਾ, ਜਿਵੇਂ ਅੱਗ ਬਾਲਣ ਸਾੜਦੀ ਹੈ, ਉਸੇ ਤਰ੍ਹਾਂ ਕਿ ਭੋਰੀ ਦਿੱਤੀ ਮਪਾਹੇ, ਵੀ ਥੋੜ੍ਹੀ ਜਿਹੀ ਈਂਧਨ ਕੀਤੋ ਮੂੰਹ ਘਣਾ। ਜਿਵੇਂ ਕੋਈ ਲੱਖਾਂ ਮਣ ਬਾਲਣ ਹੋਵੇ, ਉਹਨੂੰ ਸਾੜਨ ਵਾਸਤੇ ਇੱਕ ਚੰਗਿਆੜੀ ਬਹੁਤ ਹੁੰਦੀ। ਇਸ ਤਰ੍ਹਾਂ ਬਾਣੀ ਹੈ, ਪਿਛਲੇ ਕੀਤੇ ਕਰਮ ਪਾਪ ਸਭ ਦਗਧ ਕਰਕੇ ਰੱਖ ਦਿੰਦੀ ਹੈ। ਤੋ ਬੜੀ ਵਡਿਆਈ ਸਾਧ ਸੰਗਤ ਦੀ ਮਹਾਰਾਜ ਨੇ ਕੀਤੀ। ਫਿਰ ਮਹਾਰਾਜ ਨੇ ਆਖਿਆ ਵੀ ਜੇ ਅਸੀਂ ਗੁਰਬਾਣੀ ਦਾ ਸਤਿਕਾਰ ਨਹੀਂ ਕਰਾਂਗੇ, ਪਵਿੱਤਰ ਗੁਰਬਾਣੀ ਦਾ, ਤੇ ਸਿੱਖਾਂ ਨੇ ਕਾਹਦਾ ਕਰਨਾ? ਕਿਉਂਕਿ ਸਿੱਖਾਂ ਨੇ ਸਾਥੋਂ ਹੀ ਸਿੱਖਿਆ ਲੈਣੀ, ਤੇ ਸਾਡੇ ਜੀਵਨ ਤੋਂ ਵੇਖ ਕੇ ਸਿੱਖਾਂ ਨੂੰ ਬਾਣੀ ਦਾ ਸਤਿਕਾਰ ਨਾ ਕਰਨ ਆਇਆ ਤੇ ਆਉਣ ਵਾਲੇ ਸਮੇਂ 'ਚ ਫਿਰ ਇਹ ਨਰਾਦਰ ਕਰਿਆ ਕਰਨਗੇ। ਨਾਲ ਮਹਾਰਾਜ ਨੇ ਇਹ ਵੀ ਬਚਨ ਕਹੇ ਵੀ ਜਿਹੜਾ ਸਿੱਖ ਕਿੰਨਾ ਵੀ ਪੁੱਜਿਆ ਬਣਿਆ ਫਿਰੇ, ਜੇ ਬਾਣੀ ਦਾ ਸਤਿਕਾਰ ਨਹੀਂ ਕਰਦਾ ਤੇ ਉਹਦੇ 'ਤੇ ਸਾਡੀ ਖੁਸ਼ੀ ਨਹੀਂ ਹੋਵੇਗੀ। ਜਿਨ ਭੈ ਅਦਬਨ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹੜੇ ਬਾਣੀ ਦਾ ਅਦਬ ਸਤਿਕਾਰ ਨਾ ਕਰਨ, ਸਭ ਜਾਣ ਲੈਣ ਵੀ ਉਹ ਸਾਡਾ ਸਿੱਖ ਨਹੀਂ ਹੋ ਸਕਦਾ। ਜਿਹੜਾ ਸਾਡਾ ਸਿੱਖ ਹੈ ਉਹਦੇ ਹਿਰਦੇ ਅੰਦਰ ਬਾਣੀ ਦਾ ਸਤਿਕਾਰ ਹੋਏਗਾ, ਬਾਣੀ ਦੇ ਪਰਥਾਏ ਭਾਵਨਾ ਹੋਏਗੀ, ਅਤੇ ਜਿਹਦੇ ਅੰਦਰ ਬਾਣੀ ਦਾ ਭੈ ਹੈ ਉਹਦੇ ਅੰਦਰ ਸਤਿਕਾਰ ਹੋਏਗਾ। ਕਿਉਂਕਿ ਜਿਹੜਾ ਪਿਓ ਤੋਂ ਡਰਦਾ ਸਤਿਕਾਰ ਉਹੀ ਕਰਦਾ ਨਾ। ਜਿਹਨੂੰ ਪਿਓ ਦਾ ਡਰ ਨਹੀਂ, ਉਹ ਮਤਾ ਨਹੀਂ ਕਰੇਗਾ ਕਦੇ ਪਿਤਾ ਦਾ ਸਤਿਕਾਰ। ਅਤੇ ਭੈ ਬਿਨ ਭਗਤ ਨਾ ਹੋਏ ਤੇਰੀ, ਮਹਾਰਾਜ ਦੀ ਗੁਰਬਾਣੀ ਦਾ ਵਾਕ ਹੈ। ਜਿਹਦੇ ਅੰਦਰ ਭੈ ਹੈ ਉਹ ਸਤਿਕਾਰ ਕਰੇਗਾ, ਸਤਿਕਾਰ ਨਾਲ ਭਗਤੀ ਕਰੇਗਾ, ਬਾਣੀ ਪੜ੍ਹੇਗਾ, ਭਗਤੀ ਦੇ ਨਾਲ ਗਿਆਨ ਪ੍ਰਗਟ ਹੁੰਦਾ ਹੈ, ਗਿਆਨ ਨਾਲ ਮੁਕਤੀ, ਅਤੇ ਮੁਕਤੀ ਨਾਲ ਆਨੰਦ ਦੇ ਵਿੱਚ ਲੈ ਹੋਈਦਾ ਹੈ। ਤੋ ਮਹਾਰਾਜ ਨੇ ਫਿਰ ਇੱਦਾਂ ਬੜੇ ਕਰੜੇ ਬਚਨ ਕਹਿ ਵੀ ਸਾਡਾ ਸਿੱਖ ਜਿਹੜਾ ਹੈ ਉਹ ਗੁਰਬਾਣੀ ਦਾ ਸਤਿਕਾਰ ਕਰਦਾ ਹੋਏਗਾ, ਉਹਨੂੰ ਕਹਿਣਾ ਨਹੀਂ ਪਏਗਾ ਵੀ ਗੁਰਬਾਣੀ ਦਾ ਸਤਿਕਾਰ ਕਰ। ਫਿਰ ਮਹਾਰਾਜ ਕਹਿੰਦੇ ਵੀ ਜਿਹਨੂੰ ਗੁਰਬਾਣੀ ਚੰਗੀ ਨਹੀਂ ਲੱਗਦੀ ਸੁਣਨ ਵਿੱਚ, ਇਸ ਕਰਕੇ ਉਹ ਵੀ ਮਹਾਰਾਜ ਕਹਿੰਦੇ ਸਾਡਾ ਸਿੱਖ ਨਹੀਂ। ਕਿਉਂਕਿ ਬਾਣੀ ਸੁਣ ਕੇ ਜਿਹਦਾ ਮਨ ਅੱਕ ਜਾਂਦਾ, ਥੱਕ ਜਾਂਦਾ, ਪਾਤਸ਼ਾਹ ਮਹਾਰਾਜ ਕਹਿੰਦੇ ਵੀ ਐਸੇ ਸਿੱਖ ਵੀ ਸਾਨੂੰ ਨਹੀਂ ਪਾਉਂਦੇ। ਵੀ ਬਾਣੀ ਨੂੰ ਭੋਜਨ ਬਣਾਉਣ, ਬਾਣੀ ਨੂੰ ਸਵਾਸ ਬਣਾ ਲੈਣ, ਜਿਵੇਂ ਸਾਹ ਲੈ ਲੈ ਕੇ ਨਹੀਂ ਰੱਜੀ ਦਾ, ਇੱਦਾਂ ਬਾਣੀ ਪੜ੍ਹ ਪੜ੍ਹ ਕੇ ਸੁਣ ਸੁਣ ਕੇ ਸਿੱਖ ਰੱਜੇ ਹੀ ਨਾ ਦਿਨੇ ਰਾਤ। ਜਿਨ੍ਹਾਂ ਨਾ ਵਿਸਰੈ ਨਾਮ ਸਿੱਖ ਨੇਹਿਆ, ਭੇਦ ਨਾ ਜਾਣਹੁ ਮੂਲ ਸਾਈਂ ਜਿਹਿਆ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਤੋ ਇੱਦਾਂ ਪਾਤਸ਼ਾਹ ਨੇ ਸਾਧ ਸੰਗਤ ਜੀ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਵੀ ਸਾਡੇ ਪਿਆਰਾ ਸਿੱਖ ਸਾਡਾ ਉਹ ਹੈ ਜਿਹੜਾ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਤਿਕਾਰ ਕਰੇ। ਕਿਉਂਕਿ ਮਹਾਰਾਜ ਨੇ ਪਿੱਛੇ ਤੁਸੀਂ ਸੁਣਿਆ ਪੁੱਤਰ ਤਿਆਗ ਦਿੱਤਾ ਬਾਬਾ ਰਾਮ ਰਾਏ ਜੀ ਨੂੰ, ਛਿਣ ਵਿੱਚ ਹੀ ਸੱਚੇ ਪਾਤਸ਼ਾਹ ਨੇ ਛੱਡਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਸ਼ਬਦ ਮਿੱਟੀ ਮੁਸਲਮਾਨ ਕੀ ਦੀ ਥਾਂ ਬੇਈਮਾਨ ਕੀ ਆਖਿਆ, ਅਤੇ ਗਰੀਬ ਨਵਾਜ ਨੇ ਰੰਚਕ ਮਾਤਰ ਵੀ ਉਹਨੂੰ ਮੋਹ ਨਾ ਜਣਾਇਆ ਅਤੇ ਝੱਟ ਹੀ ਤਿਆਗ ਦਿੱਤਾ ਹੈ। ਇਸ ਤਰ੍ਹਾਂ ਖਾਲਸਾ ਜੀ ਵੀ ਇਹ ਬਾਣੀ ਦਾ ਸਤਿਕਾਰ, ਫਿਰ ਜਿਹੜੇ ਕੋਈ ਸੰਤ ਮਹਾਤਮਾ ਸੱਚੇ ਪਾਤਸ਼ਾਹ ਦੇ ਇਤਿਹਾਸ ਤੋਂ ਜਾਣੂ ਹੈ, ਜਿਨ੍ਹਾਂ ਨੂੰ ਪਤਾ ਹੈ ਵੀ ਗੁਰੂ ਹਰਿਰਾਏ ਸਾਹਿਬ ਨੂੰ ਹੀ ਸਿੱਖ ਚੰਗਾ ਲੱਗਦਾ ਪਾਉਂਦਾ, ਜਿਹੜਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਤਿਕਾਰ ਰੱਖੇ। ਫਿਰ ਉਹ ਕੋਸ਼ਿਸ਼ ਕਰਦੇ ਵੀ ਵੱਧ ਤੋਂ ਵੱਧ ਜਿੰਨਾ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਸਤਿਕਾਰ ਹੋ ਸਕੇ ਓਨਾ ਹੀ ਥੋੜ੍ਹਾ ਹੈ। ਜਿਵੇਂ ਇੱਥੇ ਜਦੋਂ ਵਿਦਿਆਰਥੀ ਰੂਪ ਵਿੱਚ ਜੋਗੇ ਵਾਲੇ ਸੀ ਪੜ੍ਹਦੇ ਸਾਂ, ਅਤੇ ਉੱਥੇ
ਮਰਿਆਦਾ ਹੈ ਟਕਸਾਲ ਦੇ ਅੰਦਰ ਵੀ ਜੇ ਕਿਸੇ ਤੋਂ ਗੁਟਕਾ ਸਾਹਿਬ ਭੋਏ 'ਤੇ ਡਿੱਗ ਪਏ ਨਾ ਭੁਲੇਖੇ 'ਚ, ਉਹ ਫਿਰ ਜਿਵੇਂ ਫਿਰ ਉਹ ਸੰਥਿਆ ਜਿੰਨੀ ਕੁ ਕਿਸੇ ਦੀ ਹੋਈ ਉਸ ਹਿਸਾਬ ਨਾਲ ਫਿਰ ਉਹਨੂੰ ਤਨਖਾਹ ਲੱਗਦੀ। ਵੀ ਜੇ ਗੁਟਕਾ ਸਾਹਿਬ ਹੱਥੋਂ ਡਿੱਗ ਪਿਆ ਵਿਦਿਆਰਥੀਆਂ ਤੋਂ, ਚਲੋ ਬੱਚੇ ਡਿੱਗ ਜਾਂਦਾ, ਹੋਰ ਜਿੰਨੀ ਗੁਟਕਾ ਸਾਹਿਬ ਵਿੱਚ ਬਾਣੀ ਆ, ਜਿੱਡਾ ਗੁਟਕਾ ਸਾਹਿਬ ਉਹ ਸਾਰੀ ਪੜ੍ਹਨੀ ਅਤੇ ਅਰਦਾਸ ਕਰਨੀ ਮਹਾਰਾਜ ਅੱਗੇ। ਮਹਾਰਾਜ ਦੀ ਤਾਬਿਆ ਬੈਠਿਆਂ ਇੱਕ ਵਾਰੀ ਨਵਾਂ ਸਾਂ ਅਤੇ ਜਾਂ ਕਈ ਵਾਰ ਖਿਆਲ ਨਹੀਂ ਰਹਿੰਦਾ ਮੈਥੋਂ, ਅਤੇ ਇੱਦਾਂ ਉਹ ਚੋਲਾ ਠੀਕ ਕਰਦਿਆਂ ਅਤੇ ਹੱਥ ਲੱਗ ਗਿਆ ਕਛਹਿਰੇ ਨੂੰ, ਅਤੇ ਖਿਆਲ ਨਹੀਂ ਸੀ ਵੀ ਇਸ ਗੱਲ ਦਾ ਵੀ ਲੱਗਾ ਹੱਥ ਕਿ ਨਹੀਂ ਲੱਗਾ, ਧਿਆਨ ਹੈ ਨਹੀਂ ਸੀ ਮੇਰਾ। ਅਤੇ ਕੋਈ ਉੱਥੇ ਸਿੰਘ ਵੇਂਹਦਾ ਪਿਆ ਸੀ, ਇੱਧਰੋਂ ਸਭਰਾਵਾਂ ਦਾ ਸੀ, ਮੈਨੂੰ ਉਹਦਾ ਨਾਂ ਚੇਤਾ ਭੁੱਲ ਗਿਆ। ਉਹਨੇ ਜਾ ਕੇ ਅਤੇ ਬਾਬਾ ਬਲਦੇਵ ਸਿੰਘ ਜੀ ਮਹਾਂਪੁਰਖਾਂ ਨੂੰ ਸ਼ਿਕਾਇਤ ਕਰ ਦਿੱਤੀ ਮੇਰੀ। ਉਦੋਂ ਤਕਰੀਬਨ ਪਹਿਲਾ ਭਾਗ ਮੇਰਾ ਸੰਥਿਆ ਦਾ ਹੋ ਚੁੱਕਾ ਸੀ ਅਤੇ ਥੋੜ੍ਹੀ ਸੰਥਿਆ ਦੂਜੇ ਭਾਗ ਦੀ ਰਹਿੰਦੀ ਸੀ। ਚਲੋ ਗ੍ਰੰਥੀ ਦਾ ਜਿਹੜਾ ਕੋਰਸ ਉਹ ਪੂਰਾ ਹੀ ਹੋਣ ਵਾਲਾ ਸੀ। ਅਤੇ ਉਹ ਫਿਰ ਮਹਾਂਪੁਰਖਾਂ ਨੂੰ ਜਦੋਂ ਮੈਂ ਫਤਿਹ ਬੁਲਾਉਣ ਗਿਆ, ਉਹਨਾਂ ਬਾਇਆ ਉੱਥੇ, ਅਤੇ ਮੈਨੂੰ ਕਹਿੰਦੇ ਵੀ ਦੂਜਾ ਜਦੋਂ ਮਹਾਰਾਜ ਪਾਤਸ਼ਾਹ ਦੀ ਬਾਣੀ ਪੜ੍ਹਨੀ ਅਤੇ ਜਿੰਨਾ ਬਾਣੀ 'ਚ ਧਿਆਨ ਰੱਖਣਾ, ਸਰੀਰ ਦੀ ਵੀ ਸੁੱਧ ਹੋਵੇ। ਅਤੇ ਕਛਹਿਰੇ ਨੂੰ ਹੱਥ ਲੱਗਾ ਸੀ। ਚਲੋ ਮੈਨੂੰ ਤਾਂ ਖਿਆਲ ਨਹੀਂ ਸੀ, ਮੈਂ ਕਿਹਾ ਮਹਾਰਾਜ ਚਲੋ, ਕਿਉਂਕਿ ਐਡੇ ਮਹਾਂਪੁਰਖ ਨਾਲ ਐਂ ਤਾਂ ਕਿਵੇਂ ਕਹਿ ਸਕਦੇ ਆਪਾਂ ਵੀ ਨਹੀਂ ਜੀ। ਮੈਂ ਕਿਹਾ ਜੀ ਭੁੱਲ ਹੋ ਗਈ। ਤੂੰ ਕਹਿੰਦੇ ਵੀ ਅਖੇ 11 ਪਾਠ ਜਪਜੀ ਸਾਹਿਬ ਦੇ ਕਰਨੇ, ਅਤੇ ਫਿਰ ਅਰਦਾਸ ਕਰਿਆ ਜੇ ਜਾ ਕੇ ਮਹਾਰਾਜ ਦੀ ਹਜ਼ੂਰੀ 'ਚ। ਤੋ ਇਸਦਾ ਜੇ ਕਿਸੇ ਤੋਂ ਕੋਈ 5 ਗ੍ਰੰਥੀ ਡਿੱਗ ਪੈਣੀ ਜਾਂ ਮਾੜਾ ਮੋਟਾ ਉਸ ਜਿਹੜੀ ਰੇਲ ਹੁੰਦੀ ਆ ਜਿਹਦੇ 'ਤੇ ਪ੍ਰਕਾਸ਼ ਕਰਦੇ ਉਹਨੂੰ ਪੈਰ ਲੱਗ ਜਾਣਾ ਜਾਂ ਜੂਠਾ ਹੱਥ ਲੱਗ ਜਾਣਾ, ਭੁਲੇਖੇ 'ਚ ਹੀ, ਚਾਹੁੰਦੇ ਤਾਂ ਨਹੀਂ ਵਿਦਿਆਰਥੀ। ਅਤੇ ਉਹਨਾਂ ਨੂੰ ਫਿਰ 5 ਗ੍ਰੰਥੀ ਦੀ ਤਨਖਾਹ ਲੱਗਦੀ, 5 ਗ੍ਰੰਥੀ ਦਾ ਭੋਗ ਪਾਓ। 22 ਵਾਰਾਂ ਆਉਂਦੀ, 22 ਵਾਰਾਂ ਦਾ ਭੋਗ। ਭਗਤ ਬਾਣੀ ਡਿੱਗ ਪੈਣੀ ਅਤੇ ਭਗਤ ਬਾਣੀ ਦਾ ਭੋਗ। ਅਤੇ ਜੇ ਕਿਸੇ ਤੋਂ ਰੁਮਾਲਾ ਸਾਹਿਬ, ਜਿਵੇਂ ਕੋਈ ਕਿਸੇ ਨੇ ਹੁਕਮਨਾਮਾ ਲਿਆ ਕਿਸੇ ਸਿੰਘ ਨੇ, ਅਤੇ ਜਦੋਂ ਰੁਮਾਲਾ ਸਾਹਿਬ ਮਹਾਰਾਜ ਦੇ ਉੱਪਰ ਸੁਭਾਏਮਣ ਕਰਨਾ ਹੁਕਮਨਾਮਾ ਸਾਹਿਬ ਬਾਅਦ ਤੋਂ, ਅਤੇ ਕਈ ਵਾਰੀ ਵਿਦਿਆਰਥੀਆਂ ਤੋਂ ਅੰਗ ਮੁੜ ਜਾਂਦੇ, ਅਤੇ ਉਹ ਅੰਗ ਮੁੜ ਜਾਣੇ, ਅਤੇ ਜੇ ਪਤਾ ਲੱਗਣਾ ਫਿਰ ਉਹਨੂੰ ਸਹਿਜ ਪਾਠ ਲਾਉਂਦੇ ਸੀ ਵੀ ਇੱਕ ਸਹਿਜ ਪਾਠ ਕਰ, ਇੱਕ ਅੰਗ ਮਾੜਾ ਜਿਹਾ ਵੀ ਮੁੜ ਜਾਣਾ ਤਾਂ, ਅਤੇ ਕਹਿਣਾ ਵੀ ਤੂੰ ਵੇਖ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਗ ਮੁੜਾਇਆ ਰਿਹਾ, ਅਤੇ ਤੂੰ ਇੰਨੀ ਨਹੀਂ ਸੋਝੀ ਸਿੱਖ ਨੂੰ, ਮਹਾਰਾਜ ਦੇ ਹਜ਼ੂਰੀ ਸਿੰਘ ਹੋਵੇ, ਗ੍ਰੰਥੀ ਹੋਵੇ, ਅਤੇ ਉਹਨੂੰ ਇੰਨੀ ਸੋਝੀ ਨਾ ਹੋਵੇ ਵੀ ਮਹਾਰਾਜ ਪਾਤਸ਼ਾਹ ਦਾ ਅੰਗ ਮੁੜਿਆ। ਇਹ ਜੋਗੇ ਵਾਲੇ ਮਹਾਂਪੁਰਖ ਥੋੜ੍ਹੇ ਜਿਹੇ ਸੁਭਾਅ ਦੇ ਚਲੋ ਨਰਮ ਹੈ, ਅਤੇ ਉਹਨਾਂ ਫਿਰ ਐਂ ਸਹਿਜ ਪਾਠ ਲਾ ਦੇਣਾ ਕਰਨਾ, ਜਿਹਦੇ ਤੋਂ ਮਹਾਰਾਜ ਦਾ ਇੱਕ ਅੰਗ ਵੀ ਮੁੜ ਜਾਣਾ ਸਰੂਪ ਦਾ, ਹੁਕਮਨਾਮਾ ਸਾਹਿਬ। ਅਤੇ ਇਹ ਅਕਸਰ ਹੀ ਮੁੜ ਜਾਂਦੇ ਆ, ਕਿਉਂਕਿ ਜਦੋਂ ਧਿਆਨ ਨਹੀਂ ਕੋਈ ਦਿੰਦਾ, ਦਵਾ ਦਵਾ ਕਾਹਲੀ ਕਰਦੇ ਹੈ, ਉਹਦੇ ਨਾਲ ਫਿਰ ਐਂ ਹੋ ਜਾਂਦਾ ਹੈ, ਵਾਪਰ ਜਾਂਦਾ ਹੈ ਭਾਣਾ। ਅਤੇ ਇਹ ਇੱਦਾਂ ਫਿਰ ਹਰੇਕ ਜਥੇ ਦੀ ਆਪੋ ਆਪਣੀ ਮਰਿਆਦਾ ਹੈ। ਕਿਤੇ ਪਹਿਰਾ ਥੋੜ੍ਹਾ ਜਿਹਾ ਇੱਦਾਂ ਹੈ, ਇਕੱਲੀ ਬਾਣੀ ਨਾਲ ਹੀ ਸਰ ਜਾਂਦਾ, ਅਤੇ ਉੱਥੇ ਭਾਣੋਂ ਲੰਘੇ ਮਹਾਂਪੁਰਖ ਉਹ ਤਾਂ ਫਿਰ ਢਾਹ ਲੈਂਦੇ। ਜੇ ਕਿਸੇ ਸਿੰਘ ਤੋਂ ਅੰਗ ਮੁੜ ਜਾਣਾ, ਉਹਨਾਂ ਫਿਰ ਦਰਸ਼ਨ ਕਰਨ ਜਾਣੇ 10 ਕੁ ਵਜੇ ਮਹਾਰਾਜ ਦੇ ਦਰਬਾਰ ਜਾਣਾ, ਉਹਨੂੰ ਚੰਗੀ ਤਰ੍ਹਾਂ ਵੇਖਣਾ ਵੀ ਤੀਰ ਕਿੱਥੇ ਲੱਗਾ ਹੈ। ਸ਼ਾਸਤਰ ਉੱਥੇ ਬਹੁਤ ਲੱਗੇ ਮਹਾਰਾਜ ਦੇ ਆਸਣ 'ਤੇ। ਫਿਰ ਉਹ ਉੱਥੇ ਜਾਣੀ ਕਿ ਜਿਹੜਾ ਉਹ ਗ੍ਰੰਥੀ ਸਿੰਘ ਦੀ ਡਿਊਟੀ ਜਿਹਦੀ ਲੱਗਣੀ ਹੈੱਡ ਗ੍ਰੰਥੀ, ਉਹ ਸਾਰੇ ਸਿੰਘਾਂ 'ਚੋਂ ਚੋਟੀ ਦਾ ਵੀ ਜਿਹੜਾ ਐਂ ਪੂਰਾ ਤਿਆਰ ਬਰ ਤਿਆਰ ਅਤੇ ਆਲਸੀ ਨਾ ਹੋਵੇ ਸਮੇਂ ਦਾ ਪੂਰਾ। ਵੀ ਹੋਰ ਜਿਹੜਾ ਮਰਜ਼ੀ ਲੰਗਰ, ਚਾਹੇ ਉੱਥੇ ਸਵੇਰ ਵਾਲਾ ਲੰਗਰ ਹੋ ਸਕਦਾ ਸ਼ਾਮ ਨੂੰ 4 ਵਜੇ ਮਿਲੇ, ਪਰ ਦਰਬਾਰ ਦਾ ਪਹਿਰਾ ਨਹੀਂ ਉੱਥੇ। ਨਾ ਰੁਮਾਲੇ 'ਚ ਵੱਟ, ਜਿਹੜਾ ਮਹਾਰਾਜ ਨੂੰ ਚੋਲਾ ਲੱਗਣਾ ਉਹ ਪ੍ਰੈਸ ਕਰਕੇ ਲੱਗਣਾ। ਆਸਣ ਮਹਾਰਾਜ ਦਾ ਜਿਹੜਾ ਸੂਖਮ ਬਸਤਰ ਹੈ, ਜਿਹਨੂੰ ਸੁੱਖ ਆਸਣ ਬਸਤਰ ਕਹਿੰਦੇ, ਉਹ ਧੁੱਪ ਕੇ ਅਤੇ ਪ੍ਰੈਸ ਹੋ ਕੇ ਰੋਜ਼ ਮਹਾਰਾਜ ਨੂੰ ਸ਼ਾਮ ਨੂੰ ਸੁੱਖ ਆਸਣ ਹੋਣਾ। ਅਤੇ ਉਹ ਫਿਰ ਸ਼ਾਸਤਰ ਬਸਤਰ ਮਹਾਰਾਜ ਦੇ ਜਿੰਨੇ ਲੱਗੇ ਹੋਣੇ
ਜੇ ਨਾ ਤੇ ਉਹਨਾਂ ਫਿਰ 10 ਵਜੇ ਜ਼ਰੂਰ ਜਾਣਾ। ਜਦੋਂ ਵੀ ਤਿਆਰ ਬਰ ਤਿਆਰ ਹੋ ਕੇ ਸਿੰਘਾਂ ਕੋਲ ਆਉਣਾ, ਪਹਿਲਾਂ ਦਰਬਾਰ 'ਚ ਜਾਣਾ। ਉੱਥੇ ਆ ਕੇ ਤੇ ਮਹਾਰਾਜ ਦੇ ਸਾਰੇ ਸ਼ਸਤਰ ਬਸਤਰ ਐਨ ਇੱਕ ਨੰਬਰ ਠੀਕ ਕਰਕੇ ਫਿਰ ਦਰਸ਼ਨ ਕਰਨੇ ਮਹਾਰਾਜ ਦੇ। ਵੀ ਕੋਈ ਅੰਗ ਤਾਂ ਨਹੀਂ ਮੁੜਿਆ, ਤੇ ਜੇ ਮੁੜਿਆ ਤੇ ਫਿਰ ਉਹਨੇ ਉੱਥੋਂ ਤੁਰੇ ਆਉਣਾ। ਤੇ ਫਿਰ ਜਿਹੜੀ ਚੀਜ਼ ਦਿਸ ਗਈ ਉੱਥੇ ਪਈ ਹੋਈ, ਜਿਵੇਂ ਕੋਈ ਤਾਰ ਦਿਸ ਗਈ ਆ ਕੂਲਰ ਕਾਲਰ ਵਾਲੀਆਂ, ਤੇ ਉਹ ਫੜ ਲੈਣੀ। ਤੇ ਫਿਰ 2 4 ਤੇ ਨਹੀਂ ਤਾਂ ਚਲੋ ਜਰਵਾਣੇ ਬੜੇ ਜ਼ੋਰ ਦੀ ਮਾਰਨਾ ਉਹਨਾਂ ਆ ਕੇ ਲੱਕ 'ਚ ਘਸੁੰਨ ਬੈਠੇ ਸਿੰਘ ਦੇ ਲੱਭ ਕੇ ਸਾਰਿਆਂ 'ਚ, ਤੇ ਇੱਦਾਂ ਉਹ ਡਿੱਗ ਪੈਣਾ ਜਾ ਕੇ। ਤਗੜੇ ਬੜੇ ਆ। ਫਿਰ ਸਿੰਘ ਨੇ ਐਂ ਵੀ ਨਹੀਂ ਪੁੱਛਣਾ ਵੀ ਮਹਾਰਾਜ ਕੀ ਹੋਇਆ, ਕਿਉਂਕਿ ਸੁਭਾਅ ਬਣ ਜਾਂਦਾ, ਪਤਾ ਲੱਗ ਜਾਂਦਾ ਵੀ ਜਿਹੜੀ ਸਜ਼ਾ ਮਿਲੀ ਉਹ ਕਿਹੜੀ ਗੱਲ ਤੋਂ ਮਿਲੀ ਹੈ। ਤੇ ਫਿਰ ਉਹ ਸਿੰਘ ਨੇ ਜਾਣਾ ਦਰਬਾਰ 'ਚ, ਤੇ ਉਹ ਪਤਾ ਲੱਗ ਜਾਣਾ ਹੌਲੀ ਹੌਲੀ। ਜਦੋਂ ਅੰਗ ਵੇਖਣਾ ਤੇ ਆਪ ਹੀ ਪਤਾ ਹੁੰਦਾ ਵੀ ਇੰਨਾ ਗੁੱਸੇ ਉਦੋਂ ਹੀ ਆਉਂਦੇ ਜਦੋਂ ਅੰਗ ਮੁੜਿਆ ਹੋਵੇ। ਫਿਰ ਜਾ ਕੇ ਸਿੰਘਾਂ ਨੇ ਉੱਥੇ ਮਹਾਰਾਜ ਦੇ ਹਜ਼ੂਰੀ ਜਪਜੀ ਸਾਹਿਬ ਦੇ 11 15 ਪਾਠ, ਕਿਸੇ ਸੁਖਮਣੀ ਸਾਹਿਬ ਕਰਕੇ ਤੇ ਇੱਦਾਂ ਅਰਦਾਸ ਕਰ ਲੈਣੀ। ਇਹ ਦਮਦਮੀ ਟਕਸਾਲ ਜਥਾ ਪਿੰਡਰਾਂ ਦੇ ਇਹ ਮਰਿਆਦਾ ਹੈ ਹੁਣ ਤੱਕ ਵੀ। ਜਿੱਥੇ ਕੋਈ ਮਹਾਂਪੁਰਖ ਬੈਠੇ ਆ ਵਿੱਦਿਆ ਪੜ੍ਹਾ ਰਹੇ, ਉੱਥੇ ਬਹੁਤ ਸਾਧ ਸੰਗਤ ਜੀ ਬਾਣੀ ਦਾ ਹੀ ਸਤਿਕਾਰ ਮੁੱਖ ਹੈ, ਕਿਉਂਕਿ ਟਕਸਾਲ ਤਾਂ ਸ਼ਬਦ ਦੀ ਹੈ ਨਾ। ਅਤੇ ਜੇ ਟਕਸਾਲ ਸ਼ਬਦ ਕਰਕੇ ਪ੍ਰਚਲਿਤ ਹੋਈ ਅਤੇ ਸ਼ਬਦ ਦੇ ਵਿੱਚੋਂ ਹੀ ਟਕਸਾਲ ਨਿਕਲੀ ਹੈ। ਕਰਤੇ ਕੀ ਮਿਤ ਕਰਤਾ ਜਾਣ ਹੈ, ਕਹਿ ਜਾਣ ਗੁਰ ਸੂਰਾਏ ਦੀ ਉਥਾਨਕਾ। ਪੜ੍ਹ ਲਿਓ ਕਿਤੇ ਜਿੱਥੋਂ ਟਕਸਾਲ ਦਾ ਜਨਮ ਹੋਇਆ। ਗੁਰੂ ਕਾਂਸੀ ਵੀ ਸ਼ਬਦ ਵਿੱਚੋਂ ਟਕਸਾਲ ਜਿਹੜੀ ਉਹ ਪ੍ਰਗਟ ਹੋਈ। ਖੜੀਆ ਸ਼ਬਦ ਸੱਚੀ ਟਕਸਾਲ, ਇਹ ਮਹਾਰਾਜ ਨੇ ਵਡਿਆਈਆਂ ਬਖਸ਼ੀਆਂ। ਅਤੇ ਫਿਰ ਇਸ ਕਰਕੇ ਉਹ ਸਾਰਾ ਧੁਰਾ ਟਕਸਾਲ ਦਾ ਜੋ ਕੁਝ ਹੈ ਉਹ ਵਿੱਦਿਆ ਦੇ ਪ੍ਰਥਾਏ ਹੈ। ਵੀ ਜਿੰਨਾ ਵੀ ਹੋ ਸਕੇ ਸ਼ਬਦ ਜਿਹੜਾ ਸੁੱਧ ਪੜ੍ਹਨਾ, ਸ਼ਬਦ ਗੁਰੂ ਦਾ ਸਤਿਕਾਰ ਕਰਨਾ। ਜਿੰਨੇ ਸਥਾਨ ਹੈ ਟਕਸਾਲ ਦੇ ਉਹ ਨਾਮ ਹੀ ਵੇਖ, ਜਿਵੇਂ ਇੱਥੇ ਮਹਿਤਣ ਗੁਰ ਸ਼ਬਦ ਪ੍ਰਕਾਸ਼, ਵੀ ਇੱਦਾਂ ਸ਼ਬਦ ਦੇ ਨਾਂ 'ਤੇ ਦਰਬਾਰ ਬਣਿਆ ਹੋਇਆ ਹੈ। ਅਤੇ ਇਹ ਸਾਧ ਸੰਗਤ ਜੀ ਫਿਰ ਵਿੱਦਿਆ ਸ਼ਬਦ ਇਹ ਮੁੱਖ ਰੱਖ ਕੇ ਵਿੱਦਿਆ ਪੜ੍ਹਾਈ ਜਾਂਦੀ। ਉਹ ਸੀਨਾ ਬਸੀਨਾ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਅੱਗੇ ਦੀ ਅੱਗੇ ਮਹਾਂਪੁਰਖਾਂ ਤੋਂ ਅਤੇ ਅੱਗੇ ਦੀ ਅੱਗੇ ਸਿੰਘਾਂ ਤਾਈਂ ਉਹ ਸਭ ਪਾਸੇ ਮਹਾਰਾਜ ਨੇ ਕਿਰਪਾ ਕੀਤੀ ਅਤੇ ਸਿੰਘ ਵਿੱਦਿਆ ਪੜ੍ਹਾ ਰਹੇ। ਤੋ ਇਸ ਕਰਕੇ ਜਿਵੇਂ ਉਹ ਕੋਈ ਹੋਰ ਕਾਰਜ ਆ, ਜਿਵੇਂ ਕੋਈ ਲੰਗਰ ਲਾਉਣਾ, ਇਮਾਰਤਾਂ ਬਣਾਉਣੀਆਂ, ਇਹ ਸਾਰੇ ਕਾਰਜ ਜਿਹੜੇ ਪੰਥ 'ਚ ਵੰਡੇ ਹੋਏ ਆ। ਟਕਸਾਲ ਦੇ ਹਿੱਸੇ ਕੇਵਲ ਗੁਰਬਾਣੀ ਦੀ ਸੰਥਿਆ, ਸ਼ੁੱਧ ਉਚਾਰਨ, ਗੁਰਬਾਣੀ ਦਾ ਸਤਿਕਾਰ, ਇਹ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਅਤੇ ਫਿਰ ਜਦੋਂ ਇਹ ਹੋਰ ਪਾਸੇ ਤੁਰ ਪੈਂਦੇ ਟਕਸਾਲ ਦੇ ਕੋਈ ਸਿੰਘ ਵੀ ਕੋਈ ਕਾਰ ਸੇਵਾ ਕਰਾਉਣ ਲੱਗ ਪਏ, ਕੋਈ ਹੋਰ ਪਾਸੇ ਤੁਰ ਪਏ, ਫਿਰ ਉਹ ਇੱਥੇ ਉੱਥੇ ਵਿੱਦਿਆ ਨਹੀਂ ਰਹਿੰਦੀ, ਕਿਉਂਕਿ ਮਹਾਰਾਜ ਨੇ ਵਿਸ਼ੇਸ਼ ਕਰਕੇ ਜ਼ਿੰਮੇਵਾਰੀ ਵਿੱਦਿਆ ਦੀ ਉਹੀ ਲਾਈ ਹੋਈ ਹੈ। ਫਿਰ ਇਸ ਕਰਕੇ ਕੇਵਲ ਵਿਦਿਆਰਥੀ ਪੜ੍ਹਾਈ ਜਾਣੇ ਬਸ, ਹੋਰ ਕੋਈ ਕੀ ਹੁੰਦਾ ਕੀ ਨਹੀਂ ਹੁੰਦਾ ਇਹਦੇ ਪ੍ਰਥਾਏ ਕੁਝ ਨਹੀਂ, ਆਪਦਾ ਧਿਆਨ ਦੇਣਾ। ਜਿੰਨਾ ਜੀਵਨ ਬਖਸ਼ਿਆ ਮਹਾਰਾਜ ਨੇ, ਉਹ ਫਿਰ ਜਿਹੜੇ ਟਕਸਾਲ ਦਾ ਸਿੰਘ ਜਿਹੜਾ ਪੜ੍ਹ ਜਾਂਦਾ ਉਹ ਫਿਰ ਇਹ ਪੜ੍ਹਨ ਲਿਆ ਜਾਂਦਾ। ਜਦੋਂ ਸਿੰਘ ਨੂੰ ਪੜ੍ਹਾ ਕੇ ਤੋਰਦੇ ਆ ਨਾ, ਉਹਨੂੰ ਇਹ ਕਹਿੰਦੇ ਵੀ ਤੇਥੋਂ ਕੋਈ ਮਾਇਆ ਕੁਝ ਨਹੀਂ ਲਿਆ, ਪੁੱਤਰ ਬਣਾ ਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਪੁੱਤ ਸਮਝ ਕੇ ਤੇ ਤੇਰੀ ਸੇਵਾ ਕੀਤੀ, ਤੈਨੂੰ ਵਿੱਦਿਆ ਪੜ੍ਹਾਈ। ਅਤੇ ਟਕਸਾਲ ਦਾ ਵਿਦਿਆਲੇ ਦਾ ਤੇਰੇ 'ਤੇ ਕਰਜ਼ ਹੈ, ਤੂੰ ਇੱਥੋਂ ਅੱਖਰ ਪੜ੍ਹੇ ਹੈ। ਇਹ ਕਰਜ਼ ਉਦੋਂ ਉਤਰੇਗਾ, ਉੱਦਾਂ ਤਾਂ ਉਤਾਰ ਨਹੀਂ ਸਕਦਾ ਕੋਈ, ਪਰ ਫਿਰ ਵੀ ਜੇ ਸੰਸਾਰੀ ਤੌਰ 'ਤੇ ਜੇ ਚਲੋ ਬੱਧਾ ਚੱਟੀ ਵੀ ਸਮਝੀਏ ਤਾਂ ਇਹ ਕਰਜ਼ ਫੇਰ ਉਤਰਨਾ। ਉਦੋਂ ਉਤਰੇਗਾ ਜਦੋਂ ਤੂੰ 5 ਸਿੰਘ ਪੜ੍ਹਾ ਦੇਂਗਾ ਅੱਗਾਂ ਜਾ ਕੇ, ਅਤੇ ਫਿਰ ਸਮਝੀ ਵੀ ਤੇਰਾ ਹੁਣ ਕਰਜ਼ਾ ਲੈ ਗਿਆ ਟਕਸਾਲ ਤੋਂ, ਜਿਹੜੇ ਤੂੰ ਅੱਖਰ ਪੜ੍ਹੇ। ਅਤੇ ਉਹ 5 ਨੂੰ ਜਿਹਨੂੰ ਪੜ੍ਹਾਉਣਾ ਉਹਨੂੰ ਵੀ ਜਾਣ ਲੱਗਿਆ, ਕਹਿਣਾ ਵੀ ਤੁਸੀਂ 5 ਸਿੰਘ ਸਾਰਿਆਂ ਨੇ ਪੜ੍ਹਾਉਣੇ, ਜੇ ਵੱਧ ਪੜ੍ਹਾ ਦਿਓ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਹੈ, ਪਰ ਕਮ ਸੇ ਕਮ 5 ਸਿੰਘ ਤੂੰ ਘੱਟੋ ਘੱਟ ਪੜ੍ਹਾਉਣੇ, ਫਿਰ ਸਮਝੀ ਵੀ ਤੇਰੀ ਵਿੱਦਿਆ ਸਫਲੀ ਹੈ। ਨਹੀਂ ਤਾਂ ਰੋਟੀਆਂ ਕਾਰਨ ਪੂਰ ਹੈ ਤਾਲ, ਵੀ ਫਿਰ ਆਪਦੇ ਢਿੱਡ ਖਾਤਰ ਵਿੱਦਿਆ ਦੇ 4 ਅੱਖਰ ਲਏ ਆ, ਜੇ ਗਾਂ ਨਾ ਪੜ੍ਹਾਇਆ ਕਿਸੇ ਨੂੰ। ਤਾਂ ਹੁਣ ਫਿਰ ਜਿਹੜਾ ਵੀ ਸਿੰਘ ਪੜ੍ਹ ਕੇ ਆਉਂਦਾ ਉਹਦੀ ਇਹੀ ਖੁਸ਼ ਹੁੰਦੀ ਹੈ, ਕੋਸ਼ਿਸ਼ ਰਹਿੰਦੀ ਹੈ ਵੀ ਹੁਣ ਕੋਸ਼ਿਸ਼ ਹੋਵੇ ਵੀ 5-4 ਸਿੰਘ ਪੜ੍ਹਾ ਦਈਏ ਹੱਲੇ ਨਾਲੋਂ। ਫਿਰ ਪੜ੍ਹਾਉਣ ਦਾ ਫਿਰ ਸਵਾਦ ਆਨੰਦ ਇਹੋ ਜਿਹਾ ਜਿਹਨੂੰ ਪੈ ਰਿਹਾ, ਫਿਰ ਉਹਨੂੰ ਫਿਰ ਰੋਟੀ ਨਹੀਂ ਚੰਗੀ ਲੱਗਦੀ, ਉਹਨੂੰ ਐਂ ਹੁੰਦਾ ਵੀ ਹੁਣ ਪੜ੍ਹਾ ਦਈਏ, 2 ਪੜ੍ਹਾ ਦਈਏ, 4 ਪੜ੍ਹਾ ਦਈਏ। ਉਹ ਜਦੋਂ 5 ਪੜ੍ਹ ਜਾਂਦੇ ਫਿਰ
ਮਹਾਰਾਜ ਕਿਰਪਾ ਹੀ ਐਸੀ ਕਰ ਦਿੰਦੇ, ਫਿਰ ਜੀ ਕਰਦਾ ਹੁਣ ਬਸ ਇਸੇ ਕੰਮ 'ਤੇ ਲੱਗੇ ਰਹੀਏ ਸਿੰਘ, ਪੜ੍ਹਾਈ ਜਾਈਏ। ਤੋ ਰਹੋ ਵਿਚਾਰ ਇੱਦਾਂ। ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਵੀ ਕਿਰਪਾ ਕੀਤੀ। ਪਿੱਛੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਸਾਰੇ ਪਾਤਸ਼ਾਹ ਗੁਰਬਾਣੀ ਦੇ ਇੰਨਾ ਹੀ ਸਤਿਕਾਰ ਕਰਦੇ। ਗੁਰੂ ਅਰਜਨ ਦੇਵ ਸਾਹਿਬ ਜੀ, ਜਿੱਥੇ ਅਕਾਲ ਤਖਤ ਸਾਹਿਬ ਦੇ ਨਾਲ ਨਕੋਠਾ ਸਾਹਿਬ ਦਾ ਸਥਾਨ ਹੈ, ਜਿੱਥੇ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ, ਸਵੇਰੇ ਸਰੂਪ ਆਉਂਦਾ ਹੈ ਮਹਾਰਾਜ ਦਾ ਸਵਾਰਾ, ਉਹ ਤੁਸੀਂ ਦਰਸ਼ਨ ਕੀਤੇ। ਪੌੜੀਆਂ ਪ੍ਰਵੇਸ਼ ਕਰੀਦਾ ਅਕਾਲ ਤਖਤ ਸਾਹਿਬ 'ਤੇ, ਜਾਂਦਿਆਂ ਸਾਰੀ ਖੱਬੇ ਹੱਥ ਕੋਠਾ ਸਾਹਿਬ ਦਾ ਸਥਾਨ ਹੈ। ਉੱਥੇ ਬਹੁਤ ਵੱਡੇ ਪਲੰਘ ਸਾਹਿਬ 'ਤੇ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਸੁਭਾਏਮਾਨ ਹੁੰਦਾ ਹੈ। ਉਹ ਪੀੜਾ ਸਾਹਿਬ ਦੇ ਸਿੰਘਾਸਣ ਦੇ ਪਲੰਘੇ ਦੇ ਹੇਠਾਂ ਚਿੱਟੀ ਚਾਦਰ ਵਿਛੀ ਸੰਗਤਾਂ ਦਰਸ਼ਨ ਕਰਦੀਆਂ ਹਨ, ਜਾਂ ਤਕਰੀਬਨ ਸਾਰੇ ਹੀ ਹੁਣ ਤਾਂ ਗੁਰੂ ਘਰਾਂ ਦੇ ਹੇਠਾਂ ਉਹ ਚਾਦਰ ਚਿੱਟੀ ਵਿਛਾਈ ਜਾਂਦੀ ਹੈ। ਜਦੋਂ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਭਾਈ ਗੁਰਦਾਸ ਜੀ ਤੋਂ ਲਿਖਵਾਇਆ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਵੀ ਕਿੱਥੇ ਮਹਾਰਾਜ ਇਹਦਾ ਰਾਤ ਨੂੰ ਸੋਖਾਸਨ ਕਿੱਥੇ ਕਰਨਾ ਚਾਹੀਦਾ, ਅਤੇ ਕੋਠਾ ਸਾਹਿਬ ਉਹ ਅਸਥਾਨ ਸੀ ਜਿੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵਿਰਾਜਦੇ ਹੁੰਦੇ ਸੀ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਅਸੀਂ ਵਿਰਾਜਦੇ ਹਾਂ, ਕਹਿੰਦੇ ਮਹਾਰਾਜ ਤੁਸੀਂ, ਕਹਿੰਦੇ ਵੀ ਸਾਥੋਂ ਵੱਡੀ ਉਪਾਧੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਹੈ, ਅਸੀਂ ਵੀ ਵਿਰਾਜ ਲਵਾਂਗੇ। ਉਹ ਪਲੰਘ ਸਾਹਿਬ ਦੇ ਉੱਪਰ ਸਰੂਪ ਦਾ ਸੋਖਾਸਨ ਕੀਤਾ ਮਹਾਰਾਜ ਦਾ ਸਵਾਰਾ, ਅਤੇ ਗੁਰੂ ਅਰਜਨ ਦੇਵ ਸਾਹਿਬ ਚਾਦਰ ਵਿਛਾ ਕੇ ਤੇ ਪਲੰਘ ਦੇ ਥੱਲੇ ਸੌਂਦੇ ਰਹੇ ਜਿੰਨਾ ਚਿਰ ਮਹਾਰਾਜ ਦੀ ਸ਼ਹੀਦੀ ਨਹੀਂ ਹੋਈ। ਇਹ ਸਤਿਕਾਰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਤੋਂ ਹੀ। ਪਿੱਛੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਵੀ ਸਾਡਾ ਗੁਰੂ ਵੀ ਸ਼ਬਦ ਹੈ, ਇਹ ਬਚਨ ਕਹੇ। ਤੋ ਇੱਦਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਸੁਣ ਕੇ ਸਿੱਖਾਂ ਨੇ ਰਾਗੀਆਂ ਅਰਦਾਸ ਕੀਤੀ, ਮਹਾਰਾਜ ਵੀ ਸਾਨੂੰ ਵੀ ਕਿਰਪਾ ਕਰੋ ਵੀ ਅਸੀਂ ਵੀ ਗੁਰਬਾਣੀ ਦਾ ਸਤਿਕਾਰ ਅਤੇ ਅਦਬ ਭੈ ਕਮਾ ਸਕੀਏ, ਕਿਰਪਾ ਕਰਨੀ ਮਹਾਰਾਜ, ਇਹੀ ਦਾਤ ਸਾਨੂੰ ਬਖਸ਼ੋ। ਐਸਾ ਪ੍ਰਸੰਗ ਪਿੱਛੇ ਆਪਾਂ ਸਰਵਣ ਕੀਤਾ। ਅਗਲੀ ਜਿਹੜੀ ਕੋਈ ਕਥਾ ਸਾਧ ਸੰਗਤ ਜੀ, ਗੁਰੂ ਹਰਿਰਾਏ ਸਾਹਿਬ ਨੇ ਭਵਿੱਖਤ ਬਚਨ ਕਹੇ ਸਨ ਕੁਝ, ਖਾਲਸੇ ਦੇ ਪ੍ਰਗਟ ਹੋਣ ਨਿਮਿਤ। ਉਹ ਸਾਰਾ ਸਾਧ ਸੰਗਤ ਜੀ ਪ੍ਰਸੰਗ ਜਿਵੇਂ ਮਹਾਰਾਜ ਨੇ ਸਿੱਖਾਂ ਨੂੰ ਦੱਸਿਆ ਹੈ, ਚਿੱਤ ਬਿਰਤੀ ਸੁਰਤੀ ਇਕਾਗਰ ਕਰਦਿਆਂ ਸਰਵਣ ਕਰੀਏ ਜੀ। ਸਭ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਮ ਸਤਿਗੁਰ ਦੇ ਉਪਦੇਸ਼। ਇੱਦਾਂ ਗੁਰੂ ਹਰਿਰਾਏ ਸਾਹਿਬ ਨੇ ਸਭ ਸਿੱਖਾਂ ਨੂੰ ਉਪਦੇਸ਼ ਦੇ ਕੇ ਤਾਰਿਆ ਹੈ। ਦਾਸਨ ਕੀ ਸ੍ਰਿਯ ਚਹਿਤ ਵਿਸ਼ੇਸ਼। ਜੋ ਸਤਿਗੁਰੂ ਹਰਿਰਾਏ ਸਾਹਿਬ ਜੀ ਦਾਸਾਂ ਸੇਵਕਾਂ ਦੀ ਵਿਸ਼ੇਸ਼ ਕਰਕੇ ਮੁਕਤੀ ਚਾਹੁੰਦੇ ਹਨ। ਇੱਕ ਦਿਨ ਚੰਚਲ ਚੜ੍ਹੇ ਤੁਰੰਗ। ਕੀਰਤਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਰਹੇ ਮਹਾਰਾਜ, ਸਿੱਖਾਂ ਨੂੰ ਤਾਰਦੇ ਰਹੇ। ਇੱਕ ਦਿਨ ਗਰੀਬ ਨਵਾਜ ਬਾਹਰ ਵਾਲੇ ਪਾਸੇ ਨੂੰ ਪਹਾੜਾਂ ਨੂੰ, ਕਿਉਂਕਿ ਕੀਰਤਪੁਰ ਸਾਹਿਬ ਦੇ ਲਾਗੇ ਪਹਾੜੀਆਂ ਹੀ ਅੱਗੇ ਦੀ ਅੱਗੇ, ਉਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹੇ ਹੈ ਘੋੜੇ ਦੇ ਉੱਪਰ ਬੈਠ ਕਰਕੇ। ਗਏ ਵਹਿਰ ਬਹੁ ਸੰਗਤ ਸੰਗ। ਸੰਗਤਾਂ ਬਹੁਤ ਗਿਣਤੀ 'ਚ ਮਹਾਰਾਜ ਦੇ ਨਾਲ ਹਨ। ਸਭ ਪਾਤਸ਼ਾਹ ਜੀ ਬਾਹਰ ਤੁਰਨ ਫਿਰਨ ਵਾਸਤੇ, ਸੈਰ ਕਰਨ ਵਾਸਤੇ ਗਏ ਆ। ਚਲਤ ਚਲਤ ਐਸੋ ਥਲ ਪਾਇਓ। ਚਲਦਿਆਂ ਤੇ ਇਹੋ ਜਿਹੀ ਇੱਕ ਥਾਂ ਤੇ ਮਹਾਰਾਜ ਪਹੁੰਚ ਗਏ। ਹੁਤੋ ਉਤੰਗ ਦੇਖ ਮਨ ਪਾਇਓ। ਤੇ ਬੜਾ ਉੱਚਾ ਪਹਾੜ ਸੀ ਸਾਹਮਣੇ, ਬੜਾ ਮਨ ਨੂੰ ਚੰਗਾ ਲੱਗਦਾ, ਜਿਹੜਾ ਕੇਸਗੜ੍ਹ ਸਾਹਿਬ ਵਾਲੀ ਪਹਾੜੀ ਆ। ਹੁਣ ਗੁਰੂ ਹਰਿਰਾਏ ਸਾਹਿਬ ਜੀ ਜਿੱਥੇ ਹੁਣ ਅਨੰਦਪੁਰ ਸਾਹਿਬ ਹੈ, ਇੱਥੇ ਆ ਗਏ ਕੀਰਤਪੁਰ ਸਾਹਿਬ ਤੋਂ ਚੱਲਦੇ ਤੇ ਸੰਗਤਾਂ ਬੇਅੰਤ ਨਾਲ, ਤੇ ਬੜਾ ਉੱਚਾ ਪਹਾੜ ਮਨ ਨੂੰ ਮੋਹਦਾ ਹੈ ਜੀ। ਉੱਚੋ ਪਰਬਤ ਤਿਸ ਕੇ ਤੀਰ। ਤੇ ਉਹ ਜਿਹੜਾ ਉਹ ਥਾਂ ਬੜਾ ਉੱਚਾ ਜਿਹਾ ਥਾਂ ਬਣਿਆ, ਤੇ ਉਹ ਥਾਂ ਦੇ ਮਗਰ ਪਹਾੜ, ਜਿਵੇਂ ਆਪਾਂ ਵੇਖਣੇ ਨਾ ਕੇਸਗੜ੍ਹ ਸਾਹਿਬ ਵਾਲੀ ਪਹਾੜੀ ਜਮਾਂ ਜੜ੍ਹ 'ਚ ਹੀ ਹੈ, ਨਾਲ ਭਰਾ ਸਥਾਨ ਬਣਿਆ ਸੋਹਣਾ। ਤੋ ਇੱਦਾਂ ਉਹ ਕਹਿੰਦੇ ਕਵੀ ਰਾਜ ਵੀ ਉਹ ਜਿਹੜਾ ਪਹਾੜੀ ਹੈ ਉਹਦੇ ਨਾਲ ਉੱਚਾ ਥਾਂ ਤੇ ਬੜਾ ਸੋਹਣਾ ਫੱਬਦਾ ਹੈ। ਮਹਾਰਾਜ ਉੱਥੇ ਜਾ ਖੜੇ ਹੋਏ ਹਨ। ਪਹੁੰਚੇ ਤਹਿਲੇ ਸੰਗਤ ਭੀੜ। ਸਾਰੀ ਸੰਗਤਾਂ ਦੀ ਭੀੜ ਗੁਰੂ ਹਰਿਰਾਏ ਸਾਹਿਬ ਦੇ ਨਾਲ ਹੈ ਜੀ। ਥਲ ਅਰੂੜ ਤਿਸ ਸਤਿਗੁਰ ਠੰਡੇ। ਮਹਾਰਾਜ ਏਦਾਂ ਖੜ ਗਏ ਉਸ ਸਥਾਨ ਤੇ, ਰੁਕ ਗਏ ਹਨ। ਸਿੱਖ ਪੀ ਖਰੇ ਪ੍ਰੇਮ ਕੇ ਗਾਢੇ। ਤੇ ਪ੍ਰੇਮ ਦੇ ਬੱਝੇ ਹੋਏ, ਪ੍ਰੇਮ ਦੇ ਵਿੱਚ ਮਗਨ ਸਿੱਖ ਗੁਰੂ ਕੀ ਬਹੁਤ ਸੰਗਤ ਨਾਲ
ਉਹ ਵੀ ਮਹਾਰਾਜ ਦੇ ਨਾਲ ਉਸੇ ਸਥਾਨ ਤੇ ਰੁਕ ਗਈ ਹੈ। ਚਿਰੰਕਾਲ ਜਬ ਬੀਤਿਓ ਤਹਾਂ ਕੁਝ ਸਮਾਂ ਮਹਾਰਾਜ ਖੜੇ ਰਹੇ, ਉੱਥੇ ਸਜੇ ਰਹੇ, ਬੈਠੇ ਰਹੇ। ਜਦੋਂ ਸਮਾਂ ਬਤੀਤ ਹੋਇਆ ਹੈ ਸੰਗਤ ਭਈ ਬਿਸਮ ਔਰ ਮਹਾ ਤੇ ਸੰਗਤ ਬੜੀ ਹੈਰਾਨ ਹੋ ਰਹੀ ਵੀ ਮਹਾਰਾਜ ਕਿਉਂ ਇੱਥੇ ਖੜੇ ਹੋਏ, ਤੁਰਨ ਦਾ ਨਾਂ ਨਹੀਂ ਲੈਂਦੇ ਪਾਤਸ਼ਾਹ, ਕਦੋਂ ਦੇ ਪਾਤਸ਼ਾਹ ਇੱਥੇ ਖੜੇ ਹੋਏ। ਮਹਾਰਾਜ ਨੂੰ ਬਹੁਤਾ ਸਮਾਂ ਇੱਥੇ ਟਿਕਿਆਂ ਵੇਖ ਕੇ ਤੇ ਸੰਗਤ ਬੜੀ ਹੈਰਾਨ ਹੋਈ ਹੈ। ਥਕਤ ਚਰਨ ਸਭ ਕੇ ਹੋਏ ਤੇ ਗਏ ਖੜੇ ਰਹੇ, ਮਹਾਰਾਜ ਵੀ ਖੜੇ ਰਹੇ ਤੇ ਸੰਗਤ ਵੀ ਖੜਦਿਆਂ ਸਭ ਦੇ ਪੈਰ ਪੀੜ ਹੋਣ ਲੱਗ ਪਏ, ਲੱਤਾਂ ਦੁਖਣ ਲੱਗੀਆਂ ਹਨ। ਹਾਥ ਜੋੜ ਤਬ ਬੂਝਤ ਤਾਂ ਭਏ ਸਿੱਖਾਂ ਨੇ ਹੱਥ ਜੋੜ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਸ੍ਰੀ ਸਤਿਗੁਰ ਜੀ ਅੰਤਰ ਜਾਮੀ ਇਹ ਅੰਤਰਜਾਮੀ ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀਓ, ਸੇਵਕ ਸ਼੍ਰੀ ਦੇਤ ਹੋ ਸੁਆਮੀ ਆਪ ਸੁਆਮੀ ਖਸਮ ਮਾਲਕ ਹੋ ਤੇ ਆਪਦੇ ਸਿੱਖਾਂ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਮੁਕਤੀ ਦਾਤੇ ਹੋ ਜੀ। ਕੌਣ ਪ੍ਰਯੋਜਨ ਇਹਾ ਵੀ ਖਰੇ ਕੀ ਕਾਰਨ ਹੈ ਪਾਤਸ਼ਾਹ ਜੀ, ਕਦੋਂ ਦੇ ਆਪ ਜੀ ਇਸੇ ਜਗ੍ਹਾ ਤੇ ਖੜੇ ਹੋਏ ਹੋ। ਨਹ ਫੁਲਵਾਰੀ ਫੂਲਨ ਖਿਰੇ ਤੇ ਅਸੀਂ ਵੇਖਨੇ ਨਾ ਤਾਂ ਇੱਥੇ ਫੁੱਲਵਾੜੀ ਹੈ ਕੋਈ ਵੀ ਜਿਹਦੇ ਫੁੱਲ ਤੁਸੀਂ ਵੇਖਦੇ ਹੋਵੋ, ਨਾ ਕੋਈ ਫੁੱਲ ਹੈ ਖਿੜੇ ਹੋਏ, ਨਾ ਕੋਈ ਇੱਥੇ ਮਾਰੇ ਫੁੱਲਾਂ ਦਾ ਬਗੀਚਾ ਹੈ। ਸੈਲ ਨਿਕਟ ਹੈ ਸੈਲ ਨ ਆਨ ਤੇ ਪਹਾੜ ਹੀ ਪਹਾੜ ਹੈ ਮਹਾਰਾਜ, ਇੱਕ ਪਹਾੜ ਹੈ, ਹੋਰ ਉਹਦੇ ਲਾਗੇ ਕੋਈ ਸੈਰ ਕਰਨ ਵਾਸਤੇ ਵੀ ਥਾਂ ਨਹੀਂ ਹੈ। ਜਿਸ ਕੋ ਦੇਖਤ ਕਿਰਪਾ ਨਿਧਾਨ ਤੇ ਇੱਥੇ ਮਹਾਰਾਜ ਫਿਰ ਇੱਥੇ ਹੈ ਕੀ ਹੈ ਪਾਤਸ਼ਾਹ ਜੀ, ਕਿਹੜੀ ਵਸਤੂ ਹੈ ਜਿਹਨੂੰ ਵੇਖਣ ਵਾਸਤੇ ਖੜੇ ਹੋਏ ਹੋ, ਕਿਰਪਾ ਦੇਖ ਜਾਣੇ। ਖਰੇ ਹੋਣ ਕੋ ਕਾਰਨ ਔਰ ਕਿ ਤੁਹਾਡੇ ਖੜੇ ਹੋਣ ਦਾ ਇੱਥੇ ਕੋਈ ਹੋਰ ਹੀ ਪ੍ਰਯੋਜਨ ਹੈ, ਲਹਨ ਬਿਲੋਕਤ ਹਮ ਇਸ ਠੌਰ ਕਿਉਂਕਿ ਸਾਨੂੰ ਤਾਂ ਦੀਦਾ ਨਹੀਂ ਇੱਥੇ ਕੁਝ। ਮਹਾਰਾਜ ਇੱਕ ਪਹਾੜ ਹੈ, ਹੋਰ ਇੱਥੇ ਕੁਝ ਹੈ ਹੀ ਨਹੀਂ ਜੋ ਵੇਖਣ ਵਾਸਤੇ ਆਪ ਜੀ ਰੁਕੇ ਹੋ ਜੀ। ਜਾਂ ਤੇ ਸਭ ਸੰਗਤ ਬਿਸਮਾਏ ਇਸ ਕਰਕੇ ਪਾਤਸ਼ਾਹ ਜੀ ਸਾਰੀ ਸੰਗਤ ਤੁਹਾਡਾ ਇੱਕ ਕੌਤਕ ਵੇਖ ਕੇ ਹੈਰਾਨ ਹੋ ਰਹੀ ਹੈ। ਬੜੇ ਸਮੇਂ ਦੇ ਖੜੇ, ਸਭ ਦੀਆਂ ਲੱਤਾਂ ਦੁਖ ਰਹੀਆਂ ਹਨ। ਕਹਿ ਅਰਜੀ ਮਰਜੀ ਜਿਮ ਤੇ ਪਾਏ ਮਹਾਰਾਜ ਕਰੋ ਕਿਰਪਾ ਵੀ ਆਪ ਜੀ ਸਾਨੂੰ ਦੱਸੋ ਵੀ ਕਿਉਂ ਆਪ ਜੀ ਇੱਥੇ ਖੜੇ ਹੋਏ ਹੋ। ਇਹ ਅਰਜੀ ਸਾਧ ਸੰਗਤ ਜੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਰੋ ਕਿਰਪਾ, ਜਿਉਂ ਆਪ ਜੀ ਇੱਥੇ ਖੜੇ ਹੋ ਇਹਦਾ ਕਾਰਨ ਦੱਸੋ ਜੀ। ਸੁਨ ਕਰ ਬੋਲੇ ਸ੍ਰੀ ਹਰਿ ਰਾਏ ਸਾਧ ਸੰਗਤ ਜੀ ਗੁਰੂ ਹਰਿ ਸਾਹਿਬ ਮਹਾਰਾਜ ਨਾ ਸੁਣ ਕੇ ਸਮੁੱਚੇ ਸਿੱਖਾਂ ਤੋਂ ਫਿਰ ਏਦਾਂ ਬੋਲੇ ਐ। ਸੁਨੋ ਸਿੱਖ ਸੰਗਤ ਸਮੁਦਾਏ ਮਹਾਰਾਜ ਕਹਿੰਦੇ ਗੁਰੂ ਸਾਧ ਸੰਗਤ ਜੀ ਸੁਣੋ ਜੋ ਤੁਸੀਂ ਪੁੱਛਦੇ ਹੋ। ਜਗ ਤਾਰਨ ਸ੍ਰੀ ਬਾਬਾ ਨਾਨਕ ਬਾਬਾ ਜਗ ਤਾਰਨ ਸ਼੍ਰੀ ਨਾਨਕ ਬਾਬਾ, ਧੰਨ ਗੁਰੂ ਨਾਨਕ ਸਾਹਿਬ ਜਗਤ ਗੁਰ ਬਾਬਾ ਜਾਹਰ ਜਹੂਰ ਪੀਰ ਸਤਿਗੁਰੂ ਨਾਨਕ ਸਾਹਿਬ ਜੀ ਸੰਸਾਰ ਨੂੰ ਤਾਰਨ ਵਾਸਤੇ ਆਏ ਹਨ। ਖੰਡ ਪਖੰਡਨ ਸੂਰ ਸਰਾਬਾ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਸੀ ਉਦੋਂ ਸਭ ਪਾਸੇ ਖੰਡਾਂ ਬ੍ਰਹਮੰਡਾਂ ਵਿੱਚ ਪਖੰਡ ਸੀ ਤੇ ਕਲਯੁਗ ਦਾ ਵਰਤਾਰਾ ਵਰਤਨ ਕਰਕੇ ਸਭ ਪਾਸੇ ਧਰਮਾਂ ਦਾ ਰੌਲਾ ਰੱਪਾ ਤੇ ਪਖੰਡ ਤੇ ਹੋਰ ਕਤਲੋਗਾਰ ਤੇ ਪਾਪਾਂ ਦੇ ਰਾਮ ਰੌਲਾ ਹੋ ਰਿਹਾ ਸੀ। ਭਰਿਓ ਜਹਾਜ ਦਿਨ ਹੋ ਜੋ ਭਾਰਾ ਤੇ ਜਿਹੜਾ ਜਹਾਜ਼ ਸੀ ਨਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖਾਂ ਦਾ ਜਹਾਜ਼ ਭਰਿਆ ਹੋਇਆ ਸੀਗਾ ਬੰਨੇ ਲਾਉਣ ਵਾਸਤੇ। ਭਰਿਓ ਭ੍ਰਮਰ ਮਹਿ ਭ੍ਰਮਤ ਉਦਾਰਾ ਉਹ ਸਿੱਖਾਂ ਨਾਲ ਜਿਹੜਾ ਗੁਰੂ ਕਾ ਜਹਾਜ਼ ਭਰਿਆ ਹੋਇਆ ਸੀ ਕਿਨਾਰੇ ਲਾਉਣ ਵਾਸਤੇ, ਭਾਵ ਗੁਰੂ ਨਾਨਕ ਸਾਹਿਬ ਨੇ ਇਸ ਪਖੰਡਾਂ ਚੋਂ ਕੱਢ ਕੇ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਸਿੱਖਾਂ ਦਾ ਜਹਾਜ਼ ਭਰਿਆ, ਸੰਸਾਰ ਸਮੁੰਦਰ ਤੋਂ ਕਿਨਾਰੇ ਲਾਉਣ ਵਾਸਤੇ। ਤੇ ਉਹ ਜਹਾਜ਼ ਸੀ ਜਿਹੜਾ ਨਾ ਗੁਰੂ ਕੇ ਸਿੱਖਾਂ ਦਾ, ਮਹਾਰਾਜ ਕਹਿੰਦੇ ਉਹ ਘੁੰਮਣ ਘੇਰੀ 'ਚ ਪੈ ਚੁੱਕਾ। ਤੇ ਜਿਹੜਾ ਗੁਰੂ ਕੇ ਸਿੱਖ ਉਦੋਂ ਦੀ ਗੱਲ ਕਰ ਰਿਹਾ ਗੁਰੂ ਹਰਿ ਸਾਹਿਬ ਆਪਦੇ ਹੁੰਦਿਆਂ ਦੀ। ਮਹਾਰਾਜ ਕਹਿੰਦੇ ਹੁਣ ਜਿਹੜਾ ਜਹਾਜ਼ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਦਾ ਭਰਿਆ ਸੀ, ਸਿੱਖੀ ਦਾ ਬੇੜਾ ਵਿੱਚ ਸਿੱਖ ਬੈਠੇ ਹੋਏ, ਇਹ ਮੁਕਤੀ ਰੂਪ ਕਿਨਾਰੇ ਲਾਉਣਾ ਸੀ। ਪਰ ਹੁਣ ਸਮਾਂ ਐਸਾ ਆ ਚੁੱਕਾ, ਇਹ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਭਰਿਆ ਜਹਾਜ਼ ਸਿੱਖੀ ਦਾ, ਉਹ ਜਿਵੇਂ ਸਮੁੰਦਰ 'ਚੋਂ ਭਮੀਰੀ ਜੀ ਹੁੰਦੀ ਘੁੰਮਣ ਘੇਰੀ, ਮਹਾਰਾਜ ਕਹਿੰਦੇ ਉਹਦੇ 'ਚ ਪੈ ਚੁੱਕਾ ਹੈ ਤੇ ਬਹੁਤ ਭਾਰੀ ਭਟਕ ਚੁੱਕਾ ਹੈ। ਘਾਟ ਪਹੁੰਚਵੇ ਮਗ ਛੁੱਟ ਗਇਓ ਤੇ ਜਿਹੜਾ ਕਿਨਾਰੇ ਲੱਗਣਾ ਸੀ ਨਾ ਉਹ ਛੁੱਟ ਗਿਆ ਨਾ ਤੋਂ, ਸਿੱਖਾਂ ਤੋਂ ਮੁਕਤੀ ਰੂਪ ਕਿਨਾਰੇ ਜਾਣਾ ਹੁਣ ਛੁੱਟ ਗਿਆ। ਤੇ ਹੁਣ ਅੱਜ ਦੇ ਸਮੇਂ 'ਚ ਸਿੱਖ ਹੋਰ ਹੀ ਪਾਸੇ ਰੁੱਝ ਗਏ ਹਨ। ਖੰਡ ਖੰਡ ਹੋਏ ਨਿਆਰੂ ਭਇਓ ਉਹ ਹੋਇਆ ਕਿ ਵੀ ਘੁੰਮਣ ਘੇਰੀ 'ਚ ਭਰਮ 'ਚ ਪੈਣ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਜਹਾਜ਼ ਹੁਣ ਟੋਟੇ ਟੋਟੇ ਹੋ ਚੁੱਕਾ ਹੈ। ਤੇ ਟੋਟੇ ਟੋਟੇ ਹੋ ਚੁੱਕਾ ਹੈ ਤੇ ਵੱਖੋ ਵੱਖਰਾ, ਕੋਈ 4 ਸਿੱਖ ਕਿਸੇ ਟੁਕੜੇ ਤੇ ਬੈਠੇ ਹੋਏ ਹੈ, 4 ਸਿੱਖ ਕਿਸੇ ਟੁਕੜੇ ਤੇ ਬੈਠੇ, ਵੀ ਸਾਰਾ ਗੁਰੂ ਕਾ ਜਹਾਜ਼ ਜਿਹੜਾ ਨਾ
ਉਹ ਟੋਟੇ ਟੋਟੇ ਖੇਰੂ ਖੇਰੂ ਹੋ ਚੁੱਕਾ ਹੈ ਜੀ। ਜੁਦੇ ਜੁਦੇ ਸਗਰੇ ਹੋਏ ਗਏ। ਜਿਸ ਕਰਕੇ ਸਾਰਾ ਸਿੱਖ ਪੰਥ ਜਿਹੜਾ ਹੈ ਉਹ ਜੁਦਾ ਜੁਦਾ ਵੱਖਰਾ ਵੱਖਰਾ ਹੋ ਚੁੱਕਾ, ਆਪੋ ਪਾਟ ਪੈ ਚੁੱਕਾ ਹੈ। ਪਰੇ ਭੰਵਰ ਕੋ ਅਬ ਕੱਟ ਤੇ ਲਏ। ਇਸ ਕਰਕੇ ਨਾ ਇਹ ਗਲਤ ਰਸਤੇ ਤੇ ਪੈ ਗਏ ਸਿੱਖ। ਤੋ ਮਾਰੇ ਕਹਿੰਦੇ ਜਿਸ ਕਰਕੇ ਹੁਣ ਭਰਮ ਚੁੱਕੇ ਆ ਤੇ ਘੁੰਮਣ ਘੇਰੀਆਂ ਖਾ ਰਹੇ, ਕਿਨਾਰੇ ਤੇ ਲੱਗਣੋਂ ਮੁਕਤੀ ਰੂਪ ਕਿਨਾਰਾ ਇਹਨਾਂ ਤੋਂ ਰਹਿ ਗਿਆ ਹੈ। ਕੋ ਦਹ ਪੰਥ ਪਰੇ ਬਹਿ ਜਾਤੇ। ਤੇ ਇਸ ਕਰਕੇ ਕੋ ਇੱਥੇ ਕੀ ਆ ਕਿ ਮਿਟਿਆ ਹੋਇਆ ਹੱਥ ਪਾਸੇ ਕਰੋ। ਤੋ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਕੋ ਜਹ ਪੰਥ ਪਰੇ ਜਹ ਬਹਿ ਜਾਤੇ, ਵੀ ਉਹ ਜਿਹੜਾ ਰਾਹ ਕਿਸੇ ਨੂੰ ਮਿਲਦਾ ਹੈ ਨਾ, ਵੱਖੋ ਵੱਖਰੇ ਰਾਹ ਵਿੱਚ ਹੀ ਸਭ ਆਪੋ ਆਪਣੇ ਰਾਹ, ਜਿੱਧਰ ਨੂੰ ਪਾਣੀ ਦਾ ਵਹਿਣ ਹੁੰਦਾ, ਜਿਵੇਂ ਕੋਈ ਕਿੱਧਰ ਤੁਰ ਜਾਂਦਾ, ਆਪੋ ਆਪਣੇ ਮਨ ਦੇ ਮਗਰ ਲੱਗ ਕੇ ਸਿੱਖ ਇਸ ਘੁੰਮਣ ਘੇਰੀ ਵਿੱਚ ਵਹੇ ਤੁਰੇ ਜਾ ਰਹੇ ਹਨ। ਕੋ ਕੰਠੇ ਆਨ ਲਗਾਤੇ। ਤੇ ਕੋਈ ਵਿਰਲਾ ਸਿੱਖ ਹੈ ਮਾਰੇ ਕਹਿੰਦੇ ਜਿਹੜਾ ਹੁਣ ਕੰਠੇ ਨਾਮ ਕਿਨਾਰੇ ਦਾ ਕੰਢੇ, ਕੋਈ ਵਿਰਲਾ ਸਿੱਖ ਹੈ ਜਿਹੜਾ ਮੁਕਤੀ ਰੂਪੀ ਕੰਢੇ ਤੇ ਲੱਗ ਰਿਹਾ, ਨਹੀਂ ਤਾਂ ਸਾਰੇ ਹੀ ਅੱਜ ਘੁੰਮਣ ਘੇਰੀਆਂ ਖਾ ਕੇ ਤੇ ਇੱਥੇ ਤੁਰੇ ਫਿਰਦੇ ਹਨ। ਆਪ ਹੋਏ ਸਭ ਕੋ ਗਏ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਸਭ ਆਪੋ ਧਾਪ ਪੈ ਚੁੱਕੀ ਹੈ, ਤੇ ਆਪੋ ਧਾਪ ਪੈਣ ਚੁੱਕਾ ਵੀ ਮੈਂ ਵੱਡਾ ਸਿੱਖ ਹਾਂ, ਮੈਂ ਵੱਡਾ ਸਿੱਖ ਹਾਂ, ਇਹੀ ਸਿੱਖਾਂ ਵਿੱਚ ਰੌਲਾ ਪੈ ਰਿਹਾ ਹੈ। ਤਿਸ ਕੋ ਹਮ ਅਬ ਦੇਖਤ ਭਏ। ਤੇ ਮਹਾਰਾਜ ਕਹਿੰਦੇ ਅਸੀਂ ਇੱਥੇ ਖੜ ਕੇ ਉਹ ਵੇਖ ਰਹੇ ਸਾਰਾ ਕੁਝ, ਵੀ ਹੁਣ ਸਿੱਖ ਜਿਹੜੇ ਆਪਣੇ ਆਪ ਨੂੰ ਵੱਡੇ ਕਹਾਉਂਦੇ, ਆਪੋ ਧਾਪ ਪੈ ਚੁੱਕੀ ਹੈ। ਸਾਰੇ ਸਿੱਖਾਂ ਦਾ ਜਿਹੜਾ ਸਿੱਖੀ ਦਾ ਬੇੜਾ ਸੀ ਉਹ ਖੇਰੂ ਖੇਰੂ ਟੋਟੇ ਟੋਟੇ ਹੋ ਚੁੱਕਾ ਹੈ। ਸੁਨ ਕਰ ਬਚਨ ਭਯੰਕਰ ਗੁਰ ਕੇ। ਜਦੋਂ ਮਹਾਰਾਜ ਨੇ ਐਸਾ ਬਚਨ ਆਖਿਆ ਵੀ ਮਹਾਰਾਜ ਕਹਿੰਦੇ ਬੜਾ ਭਿਆਨਕ ਸਮਾਂ ਆ ਗਿਆ ਸਾਧ ਸੰਗਤ ਜੀ, ਸਿੱਖੀ ਦਾ ਬੇੜਾ ਟੁੱਟ ਕੇ ਖੇਰੂ ਖੇਰੂ ਹੋ ਗਿਆ। ਤੇ ਸਤਿਗੁਰਾਂ ਦੇ ਏਡੇ ਭਿਆਨਕ ਬਚਨ ਸੁਣ ਕੇ ਸਿੱਖ ਡਰ ਗਏ ਹਨ। ਸਿੱਖਨ ਕੇ ਉਰ ਤਬ ਬਹੁ ਧਰ ਕੇ। ਤੇ ਕਿਉਂਕਿ ਮਹਾਰਾਜ ਦਾ ਪ੍ਰਤਾਪ ਹੈ, ਜਦੋਂ ਮਹਾਰਾਜ ਐਸੇ ਬਚਨ ਕਹਿ ਰਹੇ ਤੇ ਸਿੱਖਾਂ ਦੇ ਕਲੇਜੇ ਬੜੇ ਧੜਕਣ ਲੱਗ ਪਏ ਹਨ। ਭਏ ਦੀਨ ਭਨ ਤੇ ਪੁਨ ਬਿਨਤੀ। ਸਿੱਖਾਂ ਨੇ ਹੱਥ ਬੰਨ ਲਏ, ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਹੈ। ਸ੍ਰੀ ਗੁਰ ਭਈ ਸਭਨ ਕੀ ਗਿਣਤੀ। ਮਹਾਰਾਜ ਇਹ ਆਪ ਜੀ ਕੀ ਕਹਿ ਰਹੇ ਹੋ ਵੀ ਸਿੱਖਾਂ, ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਬੇੜਾ ਰੁੜ ਚੱਲਿਆ। ਪਾਤਸ਼ਾਹ ਜੀ ਇਹ ਆਪ ਦੇ ਮੂੰਹ ਹੈ ਕੈਸੇ ਬਚਨ ਪਾਤਸ਼ਾਹ ਸੁਣ ਰਹੇ, ਅਸੀਂ ਆਪ ਜੀ ਤਾਂ ਹੁਣ ਤੱਕ ਵਰਦਾਨ ਹੀ ਦੇਂਦੇ ਰਹੇ, ਗੁਰੂ ਨਾਨਕ ਸਾਹਿਬ ਦਾ ਘਰ ਹੈ, ਤੇ ਤੁਹਾਡਾ ਇਹ ਬਚਨ ਸੁਣ ਕੇ ਸਾਡੇ ਮਨ ਵਿੱਚ ਗਿਣਤੀ, ਫਿਕਰ ਦੀ, ਚਿੰਤਾ ਦੀ ਗਿਣਤੀ ਜਿਹੜੀ ਨਾ ਉਹ ਲੱਗ ਪਈ ਆ, ਵੀ ਅਸੀਂ ਗਿਣਤੀਆਂ ਮਿਣਤੀਆਂ 'ਚ ਪੈ ਗਏ ਹਾਂ। ਖੋਲ ਕੇ ਦੱਸੋ ਜੀ ਏਬ ਨਾ ਪਾਏ ਸਕੈ ਕਿਆ ਅੱਛਾ। ਵੀ ਤੁਹਾਡੀ ਗੱਲ ਦਾ ਸਿਧਾਂਤ ਕੀ ਹੈ, ਕੀ ਕਹਿਣਾ ਚਾਹੁੰਦੇ ਹੋ ਪਾਤਸ਼ਾਹ, ਇਹ ਸਾਨੂੰ ਕੁਝ ਸਮਝ ਨਹੀਂ ਪਈ ਹੈ। ਸਮਝਾਵੋ ਇਹੋ ਕਰੋ ਪ੍ਰਕਾਸ਼। ਮਹਾਰਾਜ ਬਚਨ ਨੂੰ ਖੋਲੋ ਥੋੜਾ ਜਿਹਾ, ਕਿਰਪਾ ਕਰੋ ਚੱਜ ਨਾਲ ਪਾਤਸ਼ਾਹ, ਹਮ ਅਗਿਆਨ ਅਲਪ ਮਤ ਥੋਰੀ, ਕਿਰਪਾ ਕਰੋ ਖੋਲ ਕੇ ਬਚਨ ਮਹਾਰਾਜ, ਸੁਧਾ ਬਚਨ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਮਝਾਓ ਜੀ। ਜਿਮ ਦਾਸਨ ਤੇ ਸਮਝੀ ਜਾਏ। ਇਹੋ ਜਿਹਾ ਬਚਨ ਸੁਧਾ ਆਖੋ ਜਿਹਦੇ ਨਾਲ ਸਾਨੂੰ ਸਾਰੇ ਅਗਿਆਨੀ ਸਿੱਖਾਂ ਨੂੰ ਸਮਝ ਪੈ ਜਾਏ ਜੀ। ਇਸ ਪ੍ਰਕਾਰ ਦੇਹੋ ਹਮ ਹੋ ਬਤਾਏ। ਤੇ ਖੁੱਲਾ ਜਿਹਾ ਬਚਨ ਸੌਖੀ ਜੀ ਗੱਲ ਕਰਕੇ ਸਾਨੂੰ ਸਮਝਾ ਦਿਓ ਪਾਤਸ਼ਾਹ ਜੀ। ਕਿਰਪਾ ਸਿੰਧ ਸੁਨ ਕੈ ਮੁਸਕਾਏ। ਸਿੱਖਾਂ ਤੋਂ ਸੁਣ ਕੇ ਕਿਰਪਾ ਦੇ ਸਮੁੰਦਰ ਗੁਰੂ ਹਰਿ ਸਾਹਿਬ ਜੀ ਖਿੜ ਖਿੜ ਹੱਸੇ ਐ। ਓ ਸਿੱਖ ਹੋ ਬੂਝੋ ਇਸ ਭਾਏ। ਮਹਾਰਾਜ ਕਹਿੰਦੇ ਸਿੱਖੋ ਲਓ ਸੁਣੋ, ਇਸ ਤਰ੍ਹਾਂ ਤੁਸੀਂ ਹੁਣ ਸਮਝਣਾ ਕਰੋ, ਜਾਣਨਾ ਕਰੋ ਜੀ। ਸਿੱਖ ਸੇਵਕ ਅਬ ਭੂਲ ਗਏ ਵੀ ਹੈ। ਹੁਣ ਸਿੱਧਾ ਸਭ ਸਮਝਾਈਏ ਤੁਹਾਨੂੰ, ਤੇ ਇਹ ਸੌਖਾ ਇਹ ਹੈ ਵੀ ਹੁਣ ਦੇ ਸਮੇਂ 'ਚ ਜਿੰਨੇ ਸਾਡੇ ਸਿੱਖ ਹੈ ਨਾ, ਉਹ ਸਭ ਆਪੋ ਆਪਣੇ ਰਾਹਾਂ ਤੋਂ, ਜਿਹੜਾ ਰਾਹ ਅਸੀਂ ਦੱਸਦੇ ਸਾਂ ਨਾ, ਜਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਸਿਧਾਂਤ ਹੈ, ਪਰਮਾਰਥ ਦਾ ਰਸਤਾ, ਉਹ ਸਾਰੇ ਸਿੱਖ ਉਹ ਰਸਤੇ ਤੋਂ ਭਟਕ ਚੁੱਕੇ ਹੈ। ਬੜ ਭੁਲਵਾਨੀ ਵਿਖੈ ਪਏ ਤੇ ਹੈ। ਇਹ ਭਰਮਾਂ ਭੁਲੇਖਿਆਂ ਵਿੱਚ ਵੱਡੀ ਘੁੰਮਣ ਘੇਰੀ ਵਿੱਚ ਫਸ ਚੁੱਕੇ ਹਨ। ਅਰਥ ਲੋਭ ਕੇ ਬਸੀ ਭਰੇ ਉਹ ਹੈ। ਘੁੰਮਣ ਘੇਰੀ ਕਾਹਦੀ ਮਾਰੇ ਕਹਿੰਦੇ ਮਾਇਆ ਦੀ ਹੈ। ਉਹ ਮਾਇਆ ਦੇ ਤੇ ਲਾਲਚ ਕਾਰਨ ਮਾਇਆ ਦੀ ਘੁੰਮਣ ਘੇਰੀ ਵਿੱਚ, ਕਿਉਂਕਿ ਉਦੋਂ ਗੁਰੂ ਘਰ ਵਿੱਚ ਰਾਜ ਸਾਜ ਬਹੁਤ ਵੱਧ ਗਿਆ ਸੀ ਤੇ ਮਸੰਦ ਹੋਰ ਪਾਸੇ ਤੁਰ ਪਏ ਸਨ। ਹਾਂਜੀ, ਤੋਂ ਪਰਿਵਾਰ ਵੀ ਜਿਵੇਂ ਉਹ ਕਹਿੰਦੇ ਸੀ ਜੀ ਰਾਮ ਰਾਏ ਨੂੰ ਗੱਦੀ ਦਿਓ, ਉਹ ਮਹਾਰਾਜ ਇਸ਼ਾਰਾ ਗੱਲ ਮਹਾਰਾਜ ਨੂੰ ਚੁਭੀ ਹੋਈ, ਉਹ ਜਿਹੜੀ ਕੀ ਕਰਤਾਰਪੁਰ ਸਾਹਿਬ ਆਖੀ ਨਾ ਧੀਰਮਲ ਤੇ ਮਾਤਾ ਜੀ ਨੇ, ਉਹ ਮਹਾਰਾਜ ਵੇਖੋ ਉਹ ਗੱਲ ਫਿਰ ਮਹਾਰਾਜ ਨੇ ਦੁਬਾਰਾ ਜ਼ਿਕਰ ਕੀਤਾ। ਤੋ ਸਤਿਗੁਰੂ ਕਹਿੰਦੇ ਵੀ ਸਿੱਖੋ ਵੀ ਹੁਣ ਸਮਾਂ ਐਸਾ ਆ ਚੁੱਕਾ ਹੈ ਵੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਲੋਭ ਲਾਲਚ ਜਿਹੜਾ ਨਾ, ਜਿਹੜੇ ਸਿੱਖ ਹੈ ਮਹਾਰਾਜ ਦੇ ਘਰ ਦੇ ਵਿੱਚ ਸਿੱਖ ਬਣੇ ਹੋਏ, ਪਰ ਸਿੱਖੀ ਧਾਰ ਕੇ ਵੀ ਲੋਭ ਲਾਲਚ ਨਹੀਂ ਮਰਿਆ,
ਤੇ ਇਸ ਘਰ ਨੂੰ ਵਪਾਰ ਤੇ ਧੰਦਾ ਬਣਾਉਣ ਦੀ ਸੋਚਦੇ ਤੇ ਬੜੇ ਲੋਭੀ ਲਾਲਚੀ ਹੋ ਚੁੱਕੇ, ਗਰਕ ਚੁੱਕੇ ਹਨ। ਪਾਖੰਡਨ ਕੀ ਪੂਜ ਕਰੇ ਤੇ ਹੈ। ਸਿੱਖ ਹੁਣ ਪਖੰਡ ਪੂਜਣ ਲੱਗ ਪਏ ਵੀ ਜਿਹਦੀ ਸਰਕਾਰੇ ਦਰਬਾਰੇ ਚੱਲਦੀ ਹੈ ਨਾ, ਕਿਉਂਕਿ ਧੀਰਮਲ ਕਹਿੰਦਾ ਸੀ ਨਾ ਮਹਾਰਾਜ ਵੀ ਰਾਮ ਰਾਏ ਨੂੰ ਤਾਂ ਜੀ ਸਾਰੇ ਸਿੱਖ, ਕਿਉਂਕਿ ਰਾਮ ਰਾਏ ਨੂੰ ਓਨੀ ਸੰਗਤ ਪੂਜਦੀ ਸੀ ਸਾਧ ਸੰਗਤ ਜੀ ਜਿੰਨੀ ਗੁਰੂ ਹਰਿਰਾਏ ਸਾਹਿਬ ਨੂੰ ਪੂਜਦੀ ਸੀ। ਪੁੱਤ ਸੀ ਮਹਾਰਾਜ ਦਾ, ਪਰ ਇੰਨੀ ਸੰਗਤ ਪੂਜਣ ਲੱਗ ਪਈ ਸੀ ਕਿਉਂਕਿ ਸਾਨੂੰ ਤਾਂ ਲੋੜਾਂ ਨਾ ਵੀ ਕੁਰੰਗੇ ਨੂੰ ਕਹਿ ਕੇ ਸਾਡਾ ਕੰਮ ਹੁਣ ਵੀ ਜਿਹੜਾ ਮਹਾਤਮਾ ਆ ਕੋਈ ਸਾਧੂ ਹੈ, ਉਹ ਬਹੁਤੇ ਤਾਂ ਐਸੇ ਕਰਕੇ ਹੀ ਜਾਂਦੇ ਜੀ ਸਾਡਾ ਮੁੰਡਾ ਲਵਾ ਦਿਓ ਜੀ ਸਰਕਾਰ ਨੂੰ ਕਹਿ ਕੇ ਜੀ, ਸਾਡਾ ਜੀ ਫਲਾਣਾ ਕੰਮ ਕਰਾ ਦਿਓ ਜੀ। ਉਹ ਜਿਹੜਾ ਸਾਧ ਸਰਕਾਰ ਦੀਆਂ ਚੱਪਲਾਂ ਝਾੜਦਾ ਹੈ ਅਤੇ ਉਹਦੀ ਸਰਕਾਰੇ ਦਰਬਾਰੇ ਆਪੇ ਚੱਲਣੀ ਹੈ, ਦੂਜੇ ਨੂੰ ਤਾਂ ਚੌਂਕੀਦਾਰ ਵੀ ਨਹੀਂ ਪੁੱਛਦਾ ਕੋਈ ਵਿਚਾਰੇ ਨੂੰ। ਉਹ ਫਿਰ ਉਹਨਾਂ ਕੋਲ ਸੰਗਤ ਜਾਂਦੀ ਉਹ ਤਾਂ ਵੀ ਉਹ ਸਾਡੇ ਕੰਮ ਕਢਾ ਦਿੰਦੇ ਆ ਵੀ ਕੰਮ ਕਢਾਈ ਜਾਓ, ਅਤੇ ਉਹ ਸੰਗਤ ਫਿਰ ਪੂਜਦੀ ਜੀ ਹੈ ਜੀ ਬੜੇ ਮਹਾਂਪੁਰਖ ਨੇ ਜੀ, ਉਹ ਬੜੇ ਕਾਹਦੇ ਆ ਜੀ, ਉਹ ਸਰਕਾਰੇ ਦਰਬਾਰੇ ਸਰਕਾਰੀ ਬਣੇ ਹੋਏ ਆ, ਸਰਕਾਰੀ ਸਾਧ ਸਰਕਾਰੀ ਸੰਤ ਹੋਣ ਕਰਕੇ ਸਰਕਾਰ ਉਹਨਾਂ ਦੀ ਗੱਲ ਸੁਣਦੀ ਵੀ ਤੁਹਾਡੇ ਕੰਮ ਕਰਾਈ ਜਾਵਾਂਗੇ, ਥਾਣੇ ਠੱਪੇ ਗੱਡੀ ਫੜ ਲਈ ਉਹ ਛੱਡਤਾ ਅਤੇ ਤੁਹਾਡਾ ਫੋਨ ਸੁਣਿਆ ਜਾਊਗਾ, ਅਤੇ ਪਰ ਤੁਸੀਂ ਬੋਲਣਾ ਨਹੀਂ ਜੇ ਬੇਦਬੀ ਹੋਵੇ ਤਾਂ ਚੁੱਪ ਰਹਿਣਾ, ਅਤੇ ਤੁਹਾਨੂੰ ਰਾਜ ਸਾਜ ਸਿਕਿਉਰਿਟੀ ਸਭ ਕੁਝ ਦਿੱਤਾ ਜਾਏਗਾ, ਨਾ ਤੁਸੀਂ ਬੇਦਬੀ 'ਤੇ ਬੋਲਣਾ, ਨਾ ਕੋਈ ਨੌਜਵਾਨ ਚੁੱਕ ਕੇ ਇੱਥੇ ਅਸਾਮ ਸੁੱਟ ਦੇਣ ਉਦੋਂ ਵੀ ਨਹੀਂ ਬੋਲਣਾ, ਅਤੇ ਜੋ ਮਰਜ਼ੀ ਹੋਈ ਜਾਵੇ ਸਿੱਖ ਪੰਥ ਦਾ ਘਾਣ ਰੱਜ ਕੇ ਹੋਏਗਾ, ਪਰ ਤੁਸੀਂ ਨਹੀਂ ਜੇ ਬੋਲਣਾ। ਕਿਉਂਕਿ ਤੁਹਾਡੀ ਸਰਕਾਰੇ ਦਰਬਾਰੇ ਚੱਲੇਗੀ, ਜਦੋਂ ਤੁਸੀਂ ਬੋਲੋਗੇ ਫਿਰ ਭਾਈ ਅਸੀਂ ਤੁਹਾਡੀ ਸੁਣਨੋਂ ਹਟ ਜਾਵਾਂਗੇ। ਅਤੇ ਸਾਨੂੰ ਬਸ ਇਹ ਚਾਹੀਦਾ ਵੀ ਸਾਡਾ ਜਿਹੜਾ ਨਾ ਕੋਈ ਫੋਨ ਚੱਲਦਾ ਹੋਵੇ ਵੀ ਜਦੋਂ ਮਾਰੀਏ ਜੀ ਉਹ, ਕਿਉਂਕਿ ਮਾਇਆ ਇਕੱਠੀ ਕਰਨੀ ਨਾ ਸੰਸਾਰ ਤੋਂ, ਅਤੇ ਜੇ ਤਗੜੇ ਲੋਕਾਂ ਦੇ ਕੰਮ ਕਰਾਵਾਂਗੇ ਉਹ ਭੱਜ ਕੇ ਮਾਇਆ ਲੈ ਕੇ ਆਉਣਗੇ, ਵੱਡੀਆਂ ਗੱਡੀਆਂ ਲਵਾਂਗੇ, ਵੱਡੇ ਸੁੱਖ ਸਹੂਲਤਾਂ ਪਿਆਰੀਆਂ ਨੇ। ਇਸ ਕਰਕੇ ਉਹ ਮਹਾਰਾਜ ਉਹੀ ਇਸ਼ਾਰਾ ਕਰਦੇ, ਪਾਤਸ਼ਾਹ ਕਹਿੰਦੇ ਵੀ ਸਿੱਖ ਜਿਹੜੇ ਉਹ ਸਿੱਖੀ ਨਹੀਂ ਵਹਿੰਦੇ। ਹੁਣ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੀ ਉਹ ਨਹੀਂ ਵਹਿੰਦੇ, ਇਹ ਕੇਵਲ ਅਤੇ ਕੇਵਲ ਪਖੰਡ ਪੂਜਦੇ ਆ। ਜਿਹੜਾ ਬਾਹਲਾ ਲਿਸ਼ਕਿਆ ਪੁਸ਼ਕਿਆ ਜਿਹਦੇ ਕੋਲ ਬਹੁਤਾ ਰਾਜ ਸਾਜ ਹੈ, ਚੰਗੀ ਚੱਲਦੀ ਸਰਕਾਰੇ ਦਰਬਾਰੇ, ਰਾਮ ਰਾਏ ਵੱਲ ਮਹਾਰਾਜ ਇਸ਼ਾਰਾ ਕਰਦੇ, ਸਿੱਖ ਹੁਣ ਉਸੇ ਨੂੰ ਪੂਜਦੇ। ਹੁਣ ਗੁਰੂ ਕੇ ਸਿੱਖ ਵੀ ਪਖੰਡ ਮਗਰ ਤੁਰ ਪਏ ਹਨ। ਕੱਚੇ ਪਾਚੇ ਗੁਰੂ ਕਹਾਵੈ। ਤੇ ਕੱਚੇ ਪਿੱਲੇ ਮਹਾਰਾਜ ਕਹਿੰਦੇ ਹੁਣ ਗੁਰੂ ਬਣੇ ਫਿਰਦੇ। ਪਾਤਸ਼ਾਹ ਕਹਿੰਦੇ ਸਿੱਖੋ ਗੁਰੂ ਨਾਨਕ ਸਾਹਿਬ ਦੇ ਘਰੋਂ ਵਰਸਾਇਆ ਵਡਿਆਇਆ ਦੀ ਕੋਈ ਲੋੜ ਨਹੀਂ, ਕਿਉਂਕਿ ਰਾਮ ਰਾਏ ਕਹਿੰਦਾ ਸੀ ਨਾ ਵੀ ਮੈਂ ਗੁਰੂ ਹੀ ਹਾਂ, ਵੀ ਮੈਨੂੰ ਲੋੜ ਨਹੀਂ ਕਰਾਮਾਤਾਂ ਕੋਲ ਹੈ। ਮਹਾਰਾਜ ਕਹਿੰਦੇ ਹੁਣ ਕੱਚੇ ਪਿੱਲੇ ਨਾ ਜਿੰਨੇ ਉਹ ਸਾਰੇ ਹੁਣ ਗੁਰੂ ਬਣੇ ਬੈਠੇ ਹਨ। ਤਨਕ ਸਿੱਧ ਜਗ ਮੈਂ ਦਿਖਰਾਵੈ। ਕਿਸੇ ਕੋਲ ਥੋੜ੍ਹੀ ਜਿਹੀ ਸ਼ਕਤੀ ਆ ਜਾਂਦੀ ਹੈ ਗੁਰੂ ਘਰ ਦੀ ਸੇਵਾ ਕਰਕੇ, ਤੇ ਫਿਰ ਸੰਸਾਰ ਨੂੰ ਵਿਖਾਉਂਦਾ ਫਿਰਦਾ ਵੀ ਮੈਂ ਬੜਾ ਜੀ ਬਲੀ ਹਾਂ, ਉਹ ਲੋਕਾਂ ਨੂੰ ਕਰਾਮਾਤਾਂ ਵਿਖਾਉਂਦਾ ਫਿਰਦਾ ਹੈ। ਕਾਚੀ ਮਤ ਕੇ ਹੋਏ ਤਿਨ ਪਾਛੇ। ਤੇ ਉਹ ਜਿਹੜੇ ਕੱਚੀ ਮੱਤ ਵਾਲੇ ਜਿਨ੍ਹਾਂ ਦਾ ਗੁਰੂ ਘਰ 'ਤੇ ਪੂਰਾ ਭਰੋਸਾ ਨਹੀਂ, ਉਹ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਛੱਡ ਕੇ ਗੁਰੂ ਨਾਨਕ ਦੀ ਗੱਦੀ ਨੂੰ ਤੇ ਹੋਰ ਪਾਸੇ ਪਖੰਡੀਆਂ ਦੰਭੀਆਂ ਤੇ ਹੋਰ ਦੂਜੇ ਤੀਜੇ ਜਿਹੜੇ ਆ ਕੱਚੇ ਪਿੱਲੇ ਲੰਡੇ ਲੁੱਚੇ ਸਭ ਨੂੰ ਪੂਜਦੇ ਫਿਰਦੇ ਹਨ। ਚਲਹਿ ਕੁ ਮਗਨ ਹੈ ਪ੍ਰਾਪਤ ਆਛੇ। ਤੇ ਖੋਟੇ ਰਸਤੇ ਤੇ ਚੱਲੇ ਹੋਏ ਜਿਹੜਾ ਆਸ਼ਾ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ, ਇਹਨਾਂ ਨੂੰ ਕਦੇ ਪ੍ਰਾਪਤ ਨਹੀਂ ਹੋਇਆ ਨਾ ਹੋਣਾ ਹੈ। ਸਤ ਮਤ ਤਿਆਗ ਹੈ ਤਹ ਅਨੁਰਾਗ ਹੈ। ਭਾਵ ਭਗਤੀ ਦਾ ਸੱਤ ਮਾਰਗ ਜਿਹੜਾ ਉਹ ਤਿਆਗ ਦਿੱਤਾ ਹੈ, ਤੇ ਤਹਿ ਦੀ ਥਾਂ ਤੇ ਵਿਸ਼ੇ ਪਾਠ ਵੀ ਹੈ, ਵਿਸ਼ੇ ਅਨੁਰਾਗ ਹੈ। ਉਹ ਵਿਸ਼ੇ ਵਿਕਾਰਾਂ ਦੇ ਵਿੱਚ ਬੜਾ ਅਨੁਰਾਗ ਤੇ ਬੜਾ ਪ੍ਰੇਮ ਰੱਖਣ ਲੱਗ ਪਏ ਹਨ। ਕਾਚੇ ਕੀ ਸੰਗਤ ਮਹਿ ਲੱਗ ਹੈ। ਕੱਚੇ ਲੋਕ ਕੱਚਿਆਂ ਦੀ ਸੰਗਤ ਦੇ ਵਿੱਚ ਲੱਗੇ ਹੋਏ ਆ, ਕੱਚਿਆਂ ਦੀ ਸੰਗਤ ਕਰਦੇ, ਕੱਚਿਆਂ ਦੀ ਪੂਜਾ ਕਰਦੇ ਹਨ। ਭਗਤ ਕੋ ਮਾਰਗ ਚੱਲੇ। ਤੇ ਇਸ ਤਰ੍ਹਾਂ ਭਾਉ ਭਗਤੀ ਛੱਡ ਦਿੱਤੀ ਤੇ ਖੋਟੇ ਰਸਤੇ ਤੇ ਤੁਰ ਪਏ ਹਨ। ਪ੍ਰਾਪਤ ਹੋਏ ਭਲੇ। ਕਿਆ ਰਹਿੰਦੇ ਹਾਂ ਹੱਥ ਨਾ ਲਾ ਚੱਲ। ਕਿਸ ਪ੍ਰਕਾਰ ਪ੍ਰਾਪਤ ਹੋਏ ਭਲੇ। ਤੇ ਕਿਸ ਤਰ੍ਹਾਂ ਹੁਣ ਭਲਾ ਇਹਨਾਂ ਦਾ ਭਲਾ ਪ੍ਰਾਪਤ ਹੋਵੇਗਾ, ਜਾਂ ਭਾਉ ਭਗਤੀ ਛੱਡ ਦਿੱਤੀ, ਕੱਚੇ ਪਿੱਲਿਆਂ ਨੂੰ ਮੰਨਦੇ ਹੈ, ਤੇ ਕੀ ਹੋਣਾ ਇਹਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਇਹਨਾਂ ਨੂੰ ਭਾਉ ਭਗਤੀ ਮੁਕਤੀ ਰੂਪ ਕਿਨਾਰਾ ਨਹੀਂ ਮਿਲੇਗਾ, ਪ੍ਰਾਪਤ ਹੋਏਗਾ। ਜਿਸ ਤੇ ਮੰਤਰ ਕਰ ਹੈ ਮੁਖ ਜਾਪ। ਮਹਾਰਾਜ ਕਹਿੰਦੇ ਜਿਹਦੇ ਤੋਂ ਮੰਤਰ ਲੈਂਦੇ ਆ, ਵੀ ਜਿਹਦੇ ਤੋਂ ਗੁਰੂ ਦੀ ਦੀਖਿਆ ਲੈਂਦੇ ਆ, ਜਿਹਦੇ ਤੋਂ ਉਪਦੇਸ਼ ਲੈਂਦੇ, ਜਿਹਨੂੰ ਗੁਰੂ ਮੰਨਦੇ ਆ, ਪਹਿਲਾਂ ਉਹਨੂੰ ਗੁਰੂ ਮੰਨ ਲੈਂਦੇ ਆ, ਤੇ ਉਹਦੇ ਤੋਂ ਗੁਰੂ ਵੀ ਤੁਸੀਂ ਸਾਡੇ ਗੁਰੂ ਹੋ ਮਹਾਰਾਜ ਸਾਨੂੰ ਉਪਦੇਸ਼ ਦਿਓ, ਪਹਿਲਾਂ ਗੁਰੂ ਮੰਨ ਕੇ ਤੇ ਉਹਦੇ ਤੋਂ ਉਪਦੇਸ਼ ਲੈ ਲੈਂਦੇ ਹਨ। ਪੁਨ ਨਿੰਦਾ ਤਿਨ ਮੂਰਖ ਆਪ। ਤੇ ਫਿਰ ਮੂਰਖ ਉਸੇ ਗੁਰੂ ਨੇ ਨਿੰਦਾ ਕਰਦੇ ਆ, ਜਿਵੇਂ ਇੱਥੇ ਪੰਜਾਂ ਪਿਆਰਿਆਂ ਦੀ ਵੀ ਕਰਦੇ ਰਹੇ। ਤੋ ਐਦਾਂ ਉਹ ਮਹਾਰਾਜ ਕਹਿੰਦੇ ਵੀ ਪਹਿਲਾਂ ਉਹਦੇ ਤੋਂ ਗੁਰੂ ਮੰਤਰ ਲੈ ਲੈਂਦੇ ਆ ਵੀ ਮਹਾਰਾਜ ਤੁਸੀਂ ਸਾਡੇ ਗੁਰੂ ਹੋ, ਤੇ ਗੁਰੂ ਮੰਤਰ ਗੁਰ ਦੀਖਿਆ ਲੈ ਕੇ ਉਹਨੂੰ ਗੁਰੂ ਮੰਨ ਲਿਆ, ਤੇ ਫਿਰ ਬਾਹਰ ਜਾ ਕੇ ਉਸੇ ਗੁਰੂ ਦੀ ਨਿੰਦਾ ਕਰਦੇ ਜੀ ਇਹਨਾਂ ਨੇ ਬੜਾ ਮਾੜਾ ਕੀਤਾ।
ਇਹ ਮਹਾਰਾਜ ਕਹਿੰਦੇ ਵੀ ਐਸਾ ਕਲਯੁਗ ਵਿੱਚ ਸਮਾਂ ਆ ਚੁੱਕਾ ਹੈ। ਇਮ ਜਹਾਜ ਭੌਰੀ ਪਰ ਫੂਟਿਓ। ਇਹ ਮਹਾਰਾਜ ਕਹਿੰਦੇ ਵੀ ਗੁਰੂ ਕਾ ਜਹਾਜ਼ ਜਿਹੜਾ ਸੀ ਨਾ ਬੇੜਾ ਸਿੱਖਾਂ ਦਾ ਲੱਦਿਆ ਹੋਇਆ ਉਹ ਟੁੱਟ ਚੁੱਕਾ ਹੈ ਤੇ ਭਵਰ ਭੁਲੇਖਿਆਂ ਭਰਮਾਂ ਦੇ ਵਿੱਚ ਪਖੰਡਾਂ ਦੰਭਾਂ ਦੇ ਵਿੱਚ ਰੁੱਝ ਚੁੱਕਿਆ ਹੈ। ਜੁਦੋ ਜੁਦੋ ਪਾ ਜਬ ਹੂੰ ਟੂਟਿਓ। ਤੇ ਟੁੱਟ ਗਿਆ ਇਹ ਬੇੜਾ ਟੁੱਟਣ ਕਰਕੇ ਜੁਦਾ ਜੁਦਾ ਹੋ ਗਿਆ, ਖੇਰੂ ਖੇਰੂ ਹੋ ਚੁੱਕਾ ਹੈ। ਸੁਨ ਗੁਰ ਬਾਕ ਸਿੱਖ ਬਿਸਮਾਏ। ਸੁਣ ਕੇ ਡਰ ਗਏ ਜਿੰਨੇ ਸਿੱਖ ਸੁਣਦੇ ਸੀ, ਬੜੇ ਹੈਰਾਨ ਹੋ ਗਏ ਹਨ ਵੀ ਮਹਾਰਾਜ ਇਹੋ ਜਿਹੇ ਬਚਨ ਕਹਿ ਰਹੇ ਹਨ। ਕਿਤਕ ਕਾਲ ਧਰ ਮੌਨ ਬਿਤਾਏ। ਚੁੱਪ ਕਰ ਗਏ, ਕੋਈ ਨਾ ਬੋਲਿਆ। ਕਿੰਨਾ ਸਮਾਂ ਸ਼ਾਂਤੀ ਛਾਈ ਰਹੀ, ਫਿਰ ਸ਼ਾਂਤੀ ਛਾਈ, ਚੁੱਪ ਕਰ ਫਿਰ ਸਿੱਖ ਸਮੇਂ ਬਾਅਦ ਬੋਲੇ ਹਨ। ਬਹੁਰ ਸਮਝ ਕਰ ਗੁਰ ਪ੍ਰਤਾਪ। ਤੇ ਮਹਾਰਾਜ ਦਾ ਪ੍ਰਤਾਪ ਸਮਝਦਿਆਂ ਹੋਇਆਂ ਸਿੱਖ ਸਾਰੇ ਹੀ ਬੋਲੀ ਸੰਗਤ ਛੋੜ ਸੰਤਾਪ। ਸਾਰੀ ਸੰਗਤ ਸਾਧ ਸੰਗਤ ਜੀ ਬੜੇ ਸੰਤਾਪ ਜਿਹਾ ਛੱਡ ਕੇ ਤੇ ਗੁਰੂ ਹਰਿ ਸਾਹਿਬ ਦੇ ਅੱਗੇ ਹੱਥ ਜੋੜ ਕੇ ਸਾਰੀ ਸੰਗਤ ਬੇਨਤਾ ਕਰਨ ਲੱਗੀ ਹੈ। ਸ੍ਰੀ ਪ੍ਰਭੂ ਤੁਮ ਹੋ ਬਖਸ਼ਨ ਹਾਰੇ। ਆਖਿਆ ਮਹਾਰਾਜ ਜੀ ਸਿੱਖੀ ਦਾ ਜਹਾਜ਼ ਖੇਰੂ ਖੇਰੂ ਹੋ ਚੁੱਕਾ ਹੈ ਤੇ ਕਿਰਪਾ ਕਰੋ ਮਹਾਰਾਜ, ਤੁਸੀਂ ਸਭ ਕੁਝ ਕਰਨ ਹਾਰੇ ਹੋ, ਤੁਸੀਂ ਸਾਰਿਆਂ ਨੂੰ ਬਖਸ਼ਣ ਵਾਲੇ ਹੋ ਜੀ। ਭਵ ਜਲ ਦੇਹ ਨਿਜ ਸਿੱਖ ਉਧਾਰੇ। ਮਹਾਰਾਜ ਤੁਹਾਡਾ ਬਿਰਧ ਹੈ, ਤੁਸੀਂ ਸੰਸਾਰ ਸਮੁੰਦਰ ਭੌਜਲ ਦੇ ਵਿੱਚੋਂ ਸਿੱਖਾਂ ਨੂੰ ਉਧਾਰ ਦੇ ਰਹੇ ਹੋ, ਪਾਰ ਲਾਉਂਦੇ ਰਹੇ ਹੋ। ਬਡ ਕਸੂਤ ਸੰਗਤ ਮਹਿ ਭਇਓ। ਮਹਾਰਾਜ ਤੁਸੀਂ ਇਹ ਜੋ ਕਹਿ ਰਹੇ ਹੋ ਇਹਦੇ ਨਾਲ ਸਾਰੀ ਸੰਗਤ ਵਿੱਚ ਬੜਾ ਕਸੂਤ ਆ ਚੁੱਕਾ, ਸਾਨੂੰ ਬੜਾ ਦੁੱਖ ਹੋਇਆ ਮਹਾਰਾਜ ਤੁਹਾਡੇ ਮੁਖੋਂ ਇਹ ਬਚਨ ਸੁਣ ਕਰਕੇ ਜੀ। ਸ੍ਰੀ ਮੁਖ ਤੇ ਜੋ ਸੁਨਾਵਨ ਕੀਓ। ਜੋ ਤੁਸੀਂ ਆਪਦੇ ਸ਼੍ਰੀ ਕੰਠ ਤੋਂ ਸੁਣਾਉਣਾ ਕੀਤਾ ਪਾਤਸ਼ਾਹ, ਮਹਾਰਾਜ ਸੁਣ ਕੇ ਸਾਰੀ ਸਿੱਖ ਦੇ ਮਨ ਵਿੱਚ ਬੜਾ ਦੁੱਖ ਹੋਇਆ ਹੈ, ਸੰਗਤ ਦੇ ਮਨ ਵਿੱਚ ਬੜਾ ਮਹਾਰਾਜ ਦੁੱਖ ਹੋਇਆ ਹੈ ਜੀ। ਨਿਜ ਜਹਾਜ ਕਬ ਮੇਲੋ ਇਹ। ਮਹਾਰਾਜ ਤੁਸੀਂ ਕਿਰਪਾ ਕਰੋ, ਤੁਹਾਡਾ ਜਹਾਜ਼ ਹੈ ਪਾਤਸ਼ਾਹ, ਸਿੱਖ ਤੁਹਾਡੇ ਇਸ ਨਾਮ ਦੇ ਜਹਾਜ਼ ਤੇ ਬੈਠੇ, ਸਿੱਖ ਪੰਥ ਜਹਾਜ਼ ਹੈ ਤੁਹਾਡਾ ਮਹਾਰਾਜ, ਤੇ ਜਿੰਨੇ ਸਿੱਖ ਆ ਉਹ ਸਾਰੇ ਅਸਵਾਰ ਹੈ ਤੁਹਾਡੇ ਜਹਾਜ਼ ਦੇ ਵਿੱਚ। ਕਿਰਪਾ ਕਰਕੇ ਇਹਨੂੰ ਮੇਲ ਦਿਓ, ਜੇ ਮਹਾਰਾਜ ਟੁੱਟ ਗਿਆ ਹੈ ਤੇ ਤੁਹਾਡਾ ਹੀ ਜਹਾਜ਼ ਆਪਦੀ ਕਰਨ ਕਾਰਨ ਸਮਰੱਥ ਹੋ। ਸਾਰੇ ਪੰਥ ਰੂਪ ਜਹਾਜ਼ ਟੁੱਟੇ ਹੋਏ ਨੂੰ ਪਾਤਸ਼ਾਹ ਜੀ ਫੇਰ ਜੋੜ ਦਿਓ ਜੀ। ਜੁਦੋ ਜੁਦੋ ਕਹਿ ਇਸ ਬਿਦਤ ਹੈ। ਮਹਾਰਾਜ ਹੁਣ ਤੁਸੀਂ ਜੋੜੋਗੇ ਇਹਨੂੰ ਕਿ ਪਾਤਸ਼ਾਹ ਇਦਾਂ ਹੀ ਰਹੇਗਾ? ਸਿੱਖਾਂ ਬੇਨਤੀ ਕੀਤੀ ਪਾਤਸ਼ਾਹ ਆਪ ਜੀ ਨੂੰ ਜੋੜੋਗੇ ਹੁਣ ਕਿ ਮਹਾਰਾਜ ਤੁਹਾਡੀ ਮੌਜ ਹੈ, ਹੁਣੇ ਵੱਖਰਾ ਵੱਖਰਾ ਹੀ ਤੁਰਿਆ ਫਿਰੇਗਾ। ਤੁਮਰੋ ਨਾਮ ਲਾਜ ਤੁਮ ਹੀ ਕੋ। ਕਿਉਂਕਿ ਨਾਮ ਤਾਂ ਤੁਹਾਡਾ ਹੈ ਨਾ ਪਾਤਸ਼ਾਹ ਜੀ, ਤੇ ਤੁਹਾਡੇ ਨਾਮ ਦੀ ਤੁਹਾਨੂੰ ਹੀ ਲਾਜ ਹੈ ਪਾਤਸ਼ਾਹ ਜੀ। ਸਿੱਖ ਤੁਹਾਡੇ ਹੈ ਤੇ ਤੁਹਾਡੇ ਸਿੱਖ ਦੀ ਸਿੱਖਾਂ ਦੀ ਤੇ ਸਿੱਖ ਪੰਥ ਦੀ ਤੁਹਾਨੂੰ ਲੱਜਾ ਹੈ। ਕਰਹੁ ਕਿ ਨਹ ਸੰਗਤ ਕੋ ਨੀਕੋ। ਮਹਾਰਾਜ ਆਪ ਜੀ ਇਹ ਦੱਸੋ ਵੀ ਹੁਣ ਇਹ ਸਿੱਖ ਇਦਾਂ ਹੀ ਰਹਿਣਗੇ ਲੜਦੇ ਝਗੜਦੇ ਇੱਕ ਦੂਜੇ ਨਾਲ, ਕਿ ਮਹਾਰਾਜ ਇਹ ਜੁੜਨਗੇ ਕਿ ਆਪ ਇਹਨਾਂ ਨੂੰ ਸੌਖੇ ਕਰੋਗੇ? ਪਹਿਲਾਂ ਵਾਂਗ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਏਗੀ ਤੇ ਪਹਿਲਾਂ ਵਾਂਗ ਇਹ ਸਾਰਾ ਪੰਥ ਇਕੱਠਾ ਹੋਏਗਾ। ਭਗਤ ਖਜ਼ਾਨੇ ਬਖਸ਼ੋ ਸਦਾ। ਮਹਾਰਾਜ ਆਪ ਤਾਂ ਸਦਾ ਭਗਤੀ ਦੇ ਖਜ਼ਾਨੇ ਬਖਸ਼ਣ ਵਾਲੇ ਹੋ ਸਿੱਖਾਂ ਨੂੰ। ਗਈ ਬਹੋਰਤ ਹੋ ਜਦ ਕਦਾ। ਮਹਾਰਾਜ ਗਈ ਹੋਈ ਨੂੰ ਬਹੋੜ ਲੈਂਦੇ ਹੋ, ਭਾਵ ਲੰਘ ਗਈ ਮਹਾਰਾਜ ਵਾਪਸ ਮੋੜਨ ਵਾਲੇ ਹੋ। ਜੇ ਬੇੜਾ ਟੁੱਟ ਗਿਆ ਹੈ ਤੇ ਮਹਾਰਾਜ ਨੂੰ ਭੌਂ ਕੇ ਫਿਰ ਪਹਿਲਾਂ ਵਾਂਗੂ ਕਰ ਦਿਓ ਜੀ। ਸਰਬ ਭਾਂਤ ਸਮਰੱਥ ਗੁਸਾਈ। ਕਿਉਂਕਿ ਇਹ ਗੁਰੂ ਹਰਿ ਸਾਹਿਬ ਆਪ ਮਾਲਕ ਹੋ, ਖਸਮ ਹੋ, ਸਭ ਤਰ੍ਹਾਂ ਕਰਕੇ ਸਮਰੱਥ ਹੋ ਜੀ। ਕਾਰਨ ਕਰਨ ਸੋ ਅਧਿਕ ਵਡਾਈ। ਤੇ ਤੁਹਾਡੀ ਵਡਿਆਈ ਹੈ, ਤੁਸੀਂ ਜੋ ਚਾਹੋ ਮਹਾਰਾਜ ਕਾਰਨ ਸਭ ਦੇ ਕਾਰਨਾਂ ਦੇ ਕਾਰਜਾਂ ਦੇ ਕਰਨਹਾਰੇ ਹੋ ਜੀ। ਬਿਨਤੀ ਸੁਣ ਕੇ ਸ੍ਰੀ ਹਰਿ ਰਾਏ। ਸ੍ਰੀ ਗੁਰੂ ਹਰਿ ਸਾਹਿਬ ਪਾਤਸ਼ਾਹ ਨੇ ਜਦੋਂ ਸਿੱਖਾਂ ਦਾ ਅਰਦਾਸਾ ਸੁਣਿਆ, ਬੇਨਤਾ ਸੁਣਿਆ ਹੈ, ਬੋਲੇ ਸਭ ਕੋ ਬਾਕ ਸੁਨਾਏ। ਮਹਾਰਾਜ ਫਿਰ ਬੋਲੇ, ਸਾਰੀ ਸੰਗਤ ਨੂੰ ਤਰਵਾਸ ਦਿੰਦਿਆਂ ਪਾਤਸ਼ਾਹ ਨੇ ਮੁਖੋਂ ਬਚਨ ਕੀਤਾ ਹੈ। ਕਿਤਕ ਸਮੂਹ ਪਰ ਹੈ ਅਸਰੋਰਾ। ਮਹਾਰਾਜ ਕਹਿੰਦੇ ਵੀ ਨਹੀਂ ਸਿੱਖੋ, ਇਹ ਪੰਥ ਜਿਹੜਾ ਨਿਖੜਿਆ ਹੋਇਆ ਵਿਗੜਿਆ ਹੋਇਆ ਪਾਪੋ ਤਾਪ ਖੇਰੂ ਖੇਰੂ ਹੋਇਆ, ਕੁਝ ਕੁ ਸਮੇਂ ਤੱਕ ਤਾਂ ਇਦਾਂ ਹੀ ਰੌਲਾ ਰਹਿਣਾ, ਇਸੇ ਤਰ੍ਹਾਂ ਹੀ ਵਰਤੇਗੀ। ਬਿਗ ਜਾਏ ਸਭ ਠੋਰਾ ਠੋਰਾ। ਤੇ ਜਿੱਥੇ ਕੋਈ ਮਾੜੀ ਮੋਟੀ ਸਿੱਖੀ ਹੈਗੀ ਉਹ ਵੀ ਵਿਗੜ ਜਾਏਗੀ। ਸਭ ਥਾਂ ਤੇ ਸਭ ਪਾਸੇ ਮਲੇਸ਼ ਹੀ ਮਲੇਸ਼ ਪੈਦਾ ਹੋ ਜਾਣੇ ਆ। ਇੱਕ ਵਾਰੀ ਤਾਂ ਸਭ ਪਾਸੇ ਬੜਾ ਭਾਰੀ ਰੌਲਾ ਪੈਣਾ ਹੈ। ਆਦਮ ਸੰਦ ਸਿੱਖ ਬਿਰਮਾਏ। ਜਿਹੜੇ ਚੰਗੇ ਚੰਗੇ ਮੋਹਰੀ ਸਿੱਖ ਨਾ ਜਿਨ੍ਹਾਂ ਨੂੰ ਕਹਿੰਦੇ ਜੀ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੀੜ੍ਹ ਦੀ ਹੱਡੀ ਹੈ ਜੀ, ਬੜੀ ਸੇਵਾ, ਮਾਰੇ ਕਹਿੰਦੇ ਜੀ ਉਹਨਾਂ ਵੀ ਗਰਕ ਜਾਣ। ਕਹਿੰਦੇ ਕਹਾਉਂਦੇ ਸਿੱਖ ਸੰਤ ਮਹੰਤ ਮਸੰਦ, ਮਾਰੇ ਕਹਿੰਦੇ ਸਾਰੇ ਦੇ ਸਾਰੇ ਇਸੇ ਦਾਇਰੇ ਵਿੱਚ ਆਉਣਗੇ, ਮਾਇਆ ਦੇ ਭਰਮ ਵਿੱਚ ਆਉਣਗੇ ਤੇ ਸਾਰੇ ਭਟਕ ਜਾਣਗੇ। ਜਿਸ ਕਰਕੇ ਬੜਾ ਭਾਰੀ ਇੱਦਾਂ ਰਾਮ ਰੌਲਾ, ਬਹੁਤ ਭਾਰੀ ਥਾਂ ਥਾਂ ਤੇ ਝਗੜਾ ਹੋਏਗਾ। ਦਰਬ ਲੋਭ ਕੇ ਬਸ ਪਰ ਜਾਏ। ਕਹਿੰਦੇ ਕਹਾਉਂਦੇ ਸਿੱਖ ਜਿਹੜੇ ਆ ਉਹ ਮਾਇਆ ਦੇ ਤੇ ਲਾਲਚ ਦੇ ਵਸੀਕਾਰ ਹੋ ਜਾਣਗੇ, ਇਹਨਾਂ ਦਾ ਵਸ ਨਹੀਂ ਚੱਲਣਾ
ਤੇ ਮਾਇਆ ਜਿਵੇਂ ਨਚਾਏਗੀ ਉਵੇਂ ਨੱਚਦੇ ਫਿਰਿਆ ਕਰਨਗੇ। ਸੰਗਤ ਭੁੱਲਹਿ ਇਨ ਕੋ ਦੇਖ। ਤੇ ਇਹ ਜਦੋਂ ਮਸੰਦ ਗਰਕ ਜਾਣਗੇ ਤੇ ਮਹਾਰਾਜ ਕਹਿੰਦੇ ਫਿਰ ਸੰਗਤ, ਕਿਉਂਕਿ ਜਦੋਂ ਮੋਹਰੀ ਸਿੱਖ ਗਰਕਣਗੇ, ਪਾਤਸ਼ਾਹ ਕਹਿੰਦੇ ਫਿਰ ਇਹਨਾਂ ਮਸੰਦਾਂ ਨੂੰ, ਪ੍ਰਚਾਰਕਾਂ ਨੂੰ, ਮੁਖੀ ਸਿੱਖਾਂ ਨੂੰ ਵੇਖ ਵੇਖ ਮਗਰ ਸੰਗਤ ਵੀ ਗਰਕ ਜਾਏਗੀ ਵੀ ਉਹ ਵੇਖੋ ਕਿੱਡਾ ਸਿੱਖ ਸੀ ਜੀ, ਬੰਦਗੀ ਵਾਲਾ, ਜੇ ਉਹ ਇੱਦਾਂ ਕਰਦਾ ਤੇ ਹੁਣ ਸਾਨੂੰ ਕੀ ਹੋਇਆ। ਤਾਂ ਮਸੰਦਾਂ ਵੱਲ ਮੋਹਰੀ ਸਿੱਖ ਜਦੋਂ ਗਰਕਣਗੇ, ਇਹਨਾਂ ਵੱਲ ਵੇਖ ਵੇਖ ਕੇ ਫਿਰ ਸਾਰੀ ਸੰਗਤ ਵੀ ਗਰਕ ਜਾਏਗੀ। ਨਿਜ ਨਿਜ ਮਹਿ ਹੰਕਾਰ ਵਿਸ਼ੇਸ਼। ਤੇ ਸਾਰਿਆਂ ਵਿੱਚ ਵਿਸ਼ੇਸ਼ ਕਰਕੇ ਹੰਕਾਰ ਵੱਧ ਜਾਏਗਾ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ, ਆਪੋ ਆਪ ਨੂੰ ਵੱਡੇ ਕਹਾਉਣਗੇ। ਤਬ ਦਸਮੋ ਮੈਂ ਧਰੋ ਸਰੀਰ। ਜਦੋਂ ਐਨ ਰੱਜ ਕੇ ਸਾਰੇ ਗਰਕ ਜਾਣਗੇ, ਪੰਥ ਵਿੱਚ ਬਹੁਤ ਭਾਰੀ ਗਿਰਾਵਟ ਆ ਜਾਏਗੀ ਸਿੱਖਾਂ ਦੇ ਜੀਵਨ ਵਿੱਚ। ਮਹਾਰਾਜ ਕਹਿੰਦੇ ਉਦੋਂ 8ਵਾਂ ਤੇ 9ਵਾਂ ਜਾਮਾ ਸਾਡਾ ਲੰਘ ਚੁੱਕਾ ਹੋਏਗਾ, ਫਿਰ ਅਸੀਂ 10ਵਾਂ ਸਰੂਪ ਧਾਰਨ ਕਰਾਂਗੇ। ਦੇਗ ਤੇਗ ਕੋ ਧਨੀ ਗਹੀਰ। ਉਸ ਸਰੂਪ ਦੇ ਵਿੱਚ ਅਸੀਂ ਦੇਗ ਦੇ ਧਣੀ ਹੋਵਾਂਗੇ, ਭਾਵ ਲੰਗਰ ਵੀ ਬਹੁਤ ਵੱਡਾ ਚੱਲੇਗਾ। ਜਿੱਥੇ ਦੇਗ ਦੇ ਧਣੀ ਹੋਵਾਂਗੇ ਉੱਥੇ ਅਸੀਂ ਤੇਗ ਦੇ, ਤਲਵਾਰ ਦੇ ਵੀ ਬੜੇ ਭਾਰੀ ਵਿਧਾਤੇ ਹੋਵਾਂਗੇ। ਦੁਸ਼ਟ ਪਖੰਡੀ ਕਰੋ ਵਿਨਾਸ਼। ਤੇ ਜਿੰਨੇ ਦੁਸ਼ਟ ਹੋਣਗੇ ਪਖੰਡੀ, ਜਿਨ੍ਹਾਂ ਜਿਨ੍ਹਾਂ ਪੰਥ ਦੇ ਵਿੱਚ ਗੰਦ ਪਾਇਆ ਹੋਏਗਾ, ਜਿਹੜੇ ਜਿਹੜੇ ਉਦੋਂ ਵੱਧ ਫੈਲੀਆਂ ਦੁਸ਼ਟਾਈਆਂ ਕਰਨਗੇ, ਅਸੀਂ ਸਾਰੇ ਦੇ ਸਾਰੇ ਜਿਹੜੇ ਨਾ ਉਹ ਬਿਲੇ ਲਾਵਾਂਗੇ, ਲੇਖੇ ਲਾਵਾਂਗੇ। ਜਿੰਨੇ ਪੰਥ ਦੇ ਵਿੱਚ ਜਿਹੜਾ ਪੰਥ ਦਾ ਨੁਕਸਾਨ ਕਰਦੇ, ਦੰਭੀ ਪਖੰਡੀ, ਲੁੱਚੇ ਲੰਡੇ ਜਿੰਨੇ ਹੋਣਗੇ ਪਖੰਡ, ਉਹ ਸਾਰੇ ਮਾਰੇ ਕਹਿੰਦੇ ਅਸੀਂ ਸਾਰੇ ਨਾਸ਼ ਕਰਾਂਗੇ। ਤਲ ਤਲ ਕੇ ਗੁੜ ਦੇ ਕੜਾਏ ਤੇ ਕੜਾਹਿਆਂ ਦੇ ਵਿੱਚ ਤਲਾਂਗੇ, ਅਸੀਂ ਇੱਦਾਂ ਕਰਾਂਗੇ। ਸੰਤ ਮਹਾਤਮ ਹੋਏ ਪ੍ਰਕਾਸ਼। ਤੇ ਸੰਤਾਂ ਮਹਾਂਪੁਰਖਾਂ ਦੀ ਵਡਿਆਈ ਵਧੇਗੀ। ਹੁਣ ਸੰਤਾਂ ਨੂੰ ਪੁੱਛਦਾ ਨਹੀਂ, ਉਸ ਸਮੇਂ ਫਿਰ ਸੰਤਾਂ ਦੁਸ਼ਟਾਂ ਦਾ ਨਾਸ਼ ਹੋਵੇਗਾ ਤੇ ਸੰਤਾਂ ਮਹਾਂਪੁਰਖਾਂ ਦੀ ਸੋਭਾ ਮਹਾਤਮ ਵਧੇਗਾ। ਤਬ ਜਹਾਜ ਮੈਂ ਕਰੋ ਇਕੱਤਰ। ਤੇ ਜਿਹੜਾ ਸਿੱਖ ਪੰਥ ਦਾ ਜਹਾਜ਼ ਜਿਹੜਾ ਨਿਖੜ ਚੁੱਕਾ ਹੈ, ਇਹ ਸਾਰਾ ਅਸੀਂ ਇਕੱਠਾ ਕਰਾਂਗੇ। ਪ੍ਰਗਟ ਹੋਏ ਗੋ ਪੰਥ ਪਵਿੱਤਰ। ਤੇ ਫਿਰ ਸਾਡਾ ਪਵਿੱਤਰ ਖਾਲਸਾ ਪੰਥ ਜਿਹੜਾ ਹੈ ਉਹ ਪ੍ਰਗਟ ਹੋਵੇਗਾ ਜੀ। ਦੰਡ ਉਚਿਤ ਕੋ ਦੈ ਹੈ ਦੰਡ। ਜਿਹੜਾ ਦੰਡ ਦੇਣ ਦੇ ਯੋਗ ਹੋਵੇਗਾ, ਜਿਹਨੂੰ ਚਾਟਾ ਛਕਾਉਣਾ ਹੋਏਗਾ, ਜਿਹਨੂੰ ਜਿਹੋ ਜੀ ਸਜ਼ਾ ਦਾ ਹੱਕਦਾਰ ਹੋਏਗਾ, ਉਹੋ ਜਿਹੇ ਪਾਪ ਅਨੁਸਾਰ ਅਸੀਂ ਉਹਨੂੰ ਦੰਡ ਦਿਆਂਗੇ, ਕਚਹਿਰੀਆਂ ਲਾ ਲਾ ਕੇ। ਜਨ ਹੈ ਸਤਿਗੁਰ ਏਕ ਅਖੰਡ। ਤੇ ਜਦੋਂ ਰੱਜ ਕੇ ਡਾਂਗ ਫਿਰੇਗੀ ਨਾ ਦੁਸ਼ਟਾਂ ਪਖੰਡੀਆਂ ਨੂੰ, ਫਿਰ ਆਪ ਹੀ ਕਹਿਣਗੇ ਵੀ ਨਹੀਂ ਗੁਰੂ ਤਾਂ ਇੱਕ ਹੀ ਆ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਹੋਰ ਨਹੀਂ ਕੋਈ ਗੁਰੂ। ਸਾਰੇ ਮਹਾਰਾਜ ਕਹਿੰਦੇ ਅਸੀਂ ਲੈ ਆਵਾਂਗੇ ਟਿਕਾਣੇ ਤੇ ਜਿੱਥੋਂ ਤੁਰੇ ਆ 10ਵੇਂ ਜਾਮੇ ਦੇ ਵਿੱਚ। ਜਦੋਂ ਅਸੀਂ ਸਾਰੇ ਦੰਭੀਆਂ ਪਖੰਡੀਆਂ ਦਾ ਨਾਸ਼ ਕਰਾਂਗੇ ਤੇ ਕੜਾਏ ਤਲ ਤਲ ਕੇ ਤੇਲ ਦੇ ਗੁੜ ਦੇ ਪਾ ਸਾੜਾਂਗੇ, ਫਿਰ ਆਪ ਹੀ ਕਹਿਣਗੇ ਵੀ ਨਹੀਂ ਜੀ ਗੁਰੂ ਜਿੰਨੇ ਮਰਜ਼ੀ ਬਣੇ ਫਿਰਨ, ਪਰ ਸਾਰਿਆਂ ਤੋਂ ਸ੍ਰੇਸ਼ਟ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਜਦੋਂ ਸਾਧ ਸੰਗਤ ਦੀ ਮਸੰਦ ਬਹੁਤੇ ਵਿਗੜ ਗਏ ਸਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬਖਸ਼ ਦਿੱਤੀ। ਆਪ ਮਹਾਰਾਜ ਸ਼ਹਾਦਤ ਪ੍ਰਾਪਤ ਕਰ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਦਾ ਉਮਰਾ ਥੋੜ੍ਹਾ ਸੀ, ਉਦੋਂ ਨਿਆਣੇ ਸੀ ਪਾਤਸ਼ਾਹ ਦੀ ਉਮਰ ਕਰਕੇ। ਉਹ ਜਿਹੜੇ ਮਸੰਦ ਸੀ ਉਹਨਾਂ ਨੂੰ ਸੀ ਵੀ ਇਹਨਾਂ ਨੂੰ ਅਸੀਂ ਕੀ ਲਈ ਬੈਠੇ ਹਾਂ, ਗਰਕੇ ਤਾਂ ਚਲੋ ਪਹਿਲਾਂ ਦੇ ਹੀ ਪਏ ਸੀ। ਇਹਨਾਂ ਸਾਰਿਆਂ ਏਕਾ ਕਰ ਲਿਆ ਤੇ ਜਿੰਨਾਂ ਦਸਵੰਧ ਦਾ ਸਾਰਾ ਅਡਕਾਰ ਜਾ ਕਰਨ, ਸਿੱਖਾਂ ਦੇ ਘਰਾਂ 'ਚ ਜਾਇਆ ਕਰਨ, ਗਰਾਈ ਲੈਣ, ਆਖਣ ਉਹ ਕਰਨ, ਮਹਾਰਾਜ ਕੀ ਕਹਿੰਦੇ ਜੀ ਲਿਆਓ ਸ਼ਰਾਬ ਤੇ ਮੁਰਗਾ ਖਾਵਾਂਗੇ ਅਸੀਂ। ਜੇ ਕਿਸੇ ਸਿੱਖ ਨੇ ਨਾ ਦੇਣਾ, ਆਖਣਾ ਕੋਈ ਨਹੀਂ ਅਨੰਦਪੁਰ ਆਇਆ ਜੇ ਤੁਹਾਨੂੰ ਦੱਸਾਂਗੇ ਅਸੀਂ। ਉਹ ਡਰਾ ਕੇ ਫਿਰ ਘਰਾਂ 'ਚ ਜਾ ਕੇ ਮੁਰਗੇ ਤੇ ਸ਼ਰਾਬ ਲੈਣੀ ਉਹਨਾਂ ਤੋਂ, ਸ਼ਰਾਬ ਪੀਣੀ ਉਹਨਾਂ ਦੇ ਘਰਾਂ 'ਚ ਜਾ ਕੇ। ਜੇ ਕਿਸੇ ਸਿੱਖ ਨੇ ਉਹ ਵਿਚਾਰੇ ਨੇ ਦਾਲ ਜੀ ਲਿਆ ਕੇ ਗਰੀਬ ਨੇ ਅੱਗੇ ਰੱਖ ਦੇਣੀ, ਮਾਰਨੀ ਚਲਾ ਕੇ ਕੰਧ ਨਾਲ, ਆਖਣਾ ਨਹੀਂ ਤੁਸੀਂ ਸਾਨੂੰ ਮੁਰਗਾ ਖਵਾਓ ਤੇ ਨਾਲ ਮਾਸ ਤੇ ਨਾਲ ਸ਼ਰਾਬ ਪੀਵਾਂਗੇ। ਜੇ ਨਹੀਂ ਖਵਾਓਗੇ ਤੇ ਕੋਈ ਨਹੀਂ, ਫਿਰ ਅਨੰਦਪੁਰ ਸਾਹਿਬ ਆਇਆ ਜੇ, ਉੱਥੇ ਤੁਹਾਨੂੰ ਦੱਸਾਂਗੇ, ਉਹ ਵੀ ਕਰਾਵਾਂਗੇ ਦਰਸ਼ਨ ਮਹਾਰਾਜ ਦੇ। ਫਿਰ ਇੱਦਾਂ ਸਿੱਖਾਂ ਨੇ ਵਿਚਾਰਿਆਂ ਨੇ ਆਖਣਾ ਵੀ ਚਲੋ ਮਹਾਰਾਜ। ਇਸ ਤਰ੍ਹਾਂ ਜਿਹੜੀ ਮਾਇਆ ਆਉਣੀ, ਚੰਗੀਆਂ ਚੰਗੀਆਂ ਚੀਜ਼ਾਂ ਆਉਣੀਆਂ, ਉਹ ਘਰ ਨੂੰ ਲੈ ਜਾਣੀਆਂ ਤੇ ਜਿਹੜਾ ਕੋਈ ਮਾੜਾ ਮੋਟਾ ਕੱਪੜਾ ਉਹ ਗੁਰੂ ਘਰ ਦੇ ਹੀ ਜਾਣਾ। ਸਭ ਕੁਝ ਲੈ ਗਏ ਵਲੇਟ ਕੇ, ਬੜੇ ਘਰ ਭਰ ਲਏ ਮਸੰਦਾਂ ਨੇ। 10ਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਦੋ ਵਾਰੀ ਸਮਝਾਇਆ ਤੇ ਉਹ ਕਹਿੰਦੇ ਮਹਾਰਾਜ ਤੁਹਾਨੂੰ ਨਹੀਂ ਪਤਾ ਗੁਰੂ ਘਰ ਦੇ ਪ੍ਰਬੰਧ ਕਿਵੇਂ ਚੱਲਦੇ ਆ। ਜਿਹਦਾ ਘਰ ਹੈ ਉਹਨੂੰ ਕਹਿਣ ਵੀ ਮਹਾਰਾਜ ਤੁਹਾਨੂੰ ਨਹੀਂ ਪਤਾ, ਤੁਹਾਡੀ ਉਮਰ ਨਿਆਣੀ, ਤੁਹਾਨੂੰ ਨਹੀਂ ਪਤਾ ਗੁਰੂ ਘਰ ਦੇ ਪ੍ਰਬੰਧ ਕਿਵੇਂ ਚੱਲਦੇ ਆ, ਤੇ ਇਸ ਕਰਕੇ ਤੁਸੀਂ ਆਨੰਦ ਮਾਣੋ, ਸਾਨੂੰ ਪਤਾ ਅਸੀਂ ਕਿਵੇਂ ਕਰਨਾ। ਮਹਾਰਾਜ ਨੇ ਫਿਰ ਬਸ ਕੋਈ ਸਮਾਗਮ ਸੀ ਤੇ ਸਾਰੇ ਸੱਦ ਲਏ। ਮਹਾਰਾਜ ਕਹਿੰਦੇ ਸਾਰੇ ਮਸੰਦਾਂ ਦਾ ਸਨਮਾਨ ਕਰਨਾ ਬਈ ਆਓ। ਭੱਜੇ ਆਉਣ ਇੱਕ ਦੂਜੇ ਤੋਂ ਅੱਗੇ, ਕਿਉਂਕਿ ਸਤਿਕਾਰ ਲੈਣ ਨੂੰ ਤਾਂ ਸਭ ਦਾ ਜੀ ਕਰਦਾ, ਸਰੋਪੇ ਲੈਣ ਨੂੰ ਭੱਜੇ ਆਉਣ ਵੀ ਮੈਂ। ਮਹਾਰਾਜ ਕਹਿੰਦੇ ਜਿੰਦੀ ਵੱਧ, ਜਿੰਨੀ ਸੇਵਾ ਵੱਧ ਉਹਨੂੰ ਓਡਾ ਵੱਡਾ ਬਖਸ਼ਿਸ਼ ਹੋਣੀ ਹੈ। ਭੱਜੇ ਫਿਰ ਜੀ ਵੀ ਮੈਂ ਅੱਗੇ, ਮੈਂ ਅੱਗੋਂ, ਸਾਰੇ ਆ ਗਏ। ਤੇਲ ਦੇ
ਤੇ ਗੁੜ ਪਾ ਕੇ ਨਾ ਮਹਾਰਾਜ ਨੇ ਕੜਾਏ ਕਰਾ ਲਏ ਤੱਤੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੇਤੋਂ ਮਸੰਦ ਸੀ ਇੱਕ ਉਹ ਪੁਆੜੇ ਦੀ ਜੜ ਸਾਰਾ। ਮਹਾਰਾਜ ਨੂੰ ਉਹ ਕੰਗਣ ਕਿਸੇ ਸਿੱਖ ਨੇ ਦਿੱਤੇ ਤੋਂ ਲਕੋਲ ਇੱਕ ਮਹਾਰਾਜ ਕੋਲ ਆ ਗਿਆ ਕਿਤੇ ਕੰਗਣ ਜਾਂ ਸਿੱਖ ਨੇ ਕਿਹਾ ਮਹਾਰਾਜ ਵੀ ਇਹ ਤੁਹਾਨੂੰ ਭੇਟਾ ਭੇਜੀ। ਉਹ ਮਹਾਰਾਜ ਕਹਿੰਦੇ ਨਹੀਂ ਇੱਥੇ ਨਹੀਂ ਆਈ। ਕਹਿੰਦੇ ਜੇ ਚੇਤੋਂ ਮਸੰਦ ਨੂੰ ਭੇਜੀ ਸੀ ਉਹ ਆਇਆ ਸੀ ਲੈਣ। ਮਹਾਰਾਜ ਕਹਿੰਦੇ ਹਾਂ ਵੀ। ਕਹਿੰਦਾ ਮਹਾਰਾਜ ਝੂਠ ਬੋਲਦਾ ਇਹ ਸਿੱਖ ਦਾ ਕੀ ਕਿਸੇ ਤੋਂ ਪੈਸੇ ਲੈ ਕੇ ਤੇ ਮੇਰੇ ਤੇ ਤੋਹਮਤ ਲਾਤੀ ਹੋਵੇ। ਸਿੱਖ ਨੂੰ ਕੰਗਾਲ ਆਖਿਆ ਉਹਨੇ। ਕਹਿੰਦਾ ਮਹਾਰਾਜ ਇਹੋ ਜਿਹੇ ਸਿੱਖਾਂ ਦਾ ਭਰੋਸਾ ਕਰਦੇ ਜੇ। ਫਿਰ ਮਹਾਰਾਜ ਜਦੋਂ ਥੋੜ੍ਹਾ ਜਿਹਾ ਗੱਜੇ ਕਹਿੰਦੇ ਉਹ ਮਸੰਦ ਚੇਤੋ ਕਹਿੰਦਾ ਮਹਾਰਾਜ ਤੁਹਾਨੂੰ ਨਹੀਂ ਪਤਾ ਜੇ ਮੇਰੇ ਨਾਲ ਵਿੰਗੇ ਹੋ ਗਏ ਤੇ ਇਹ ਮੈਂ ਸਭ ਕੁਝ ਪਲਟ ਦਿਆਂਗਾ ਤੇ ਬੜੇ ਸੋਢੀ ਫਿਰਦੇ ਆ ਉਹਨਾਂ ਨੂੰ ਗੁਰੂ ਬਣਾ ਦਿਆਂਗਾ। ਮਹਾਰਾਜ ਕਹਿੰਦੇ ਖੜ ਤੂੰ ਵੱਡਾ। ਪਾਤਸ਼ਾਹ ਨੇ ਫੜਾ ਲਿਆ ਸਿੱਖਾਂ ਤੋਂ ਤੇ ਅਜੇ ਅੰਮ੍ਰਿਤ ਸੰਚਾਰ ਨਹੀਂ ਸੀ ਉਦੋਂ ਹੋਇਆ ਤੇ ਮਹਾਰਾਜ ਪਾਤਸ਼ਾਹ ਨੇ ਲੈ ਕੇ ਉਹ ਪਲਟੇ ਭਰ ਭਰ ਕੇ ਤੇ ਖਲੇ ਦੇ ਗੁੜ ਪਾਇਆ। ਤਲਤਾ ਪਾਤਸ਼ਾਹ ਨੇ ਐਨ ਬਾਂਗਾ ਮਾਰੇ। ਉਹ ਜਿਹੜੇ ਮਾੜੇ ਸੀ ਉਹ ਪਿੱਟਣ। ਮਹਾਰਾਜ ਉਹ ਜਿੰਨਾ ਸਾਹਿਬ ਨੇ ਦੱਸਤਾ ਮਹਾਰਾਜ ਇੱਥੋਂ ਆ ਆਇਆ ਮਹਾਰਾਜ ਹੁਣੇ ਲਿਆ ਦੇਣੇ ਘਰੇ ਪਿਆ ਆ। ਉੱਥੇ ਬੜੇ ਫਿਰ ਤਰਲੇ ਲੈਣ। ਫਿਰ ਸਤਿਗੁਰਾਂ ਨੇ ਤੇਲ ਪਾ ਪਾ ਕੇ ਸਾੜੇ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਵਿੰਗੇ ਸੀ ਨਾ ਗੁਰੂ ਘਰ ਖਰਾਬੀਆਂ ਕਰਦੇ ਸੀ। ਹੁਣ ਤਾਂ ਇੱਥੇ ਕਿਸੇ ਨੂੰ ਦੋ ਚਪੇੜਾ ਮਾਰ ਦਿਓ ਤੇ ਉਹ ਰੌਲਾ ਪਾ ਲੈਂਦੇ ਆ ਨਾ। 10ਵੇਂ ਪਾਤਸ਼ਾਹ ਕਰਦੇ ਰਹੇ। ਇਹ ਪੰਥ ਹੈ ਗੁਰੂ ਕਾ ਵੀ ਗੁਰੂ ਘਰ ਦੇ ਵਿੱਚ ਠੀਕ ਹੈ ਤੁਸੀਂ ਨਾਮ ਬਾਣੇ ਪਾਓ ਭਾਈ। ਨਹੀਂ ਤੁਹਾਨੂੰ ਕਿਸੇ ਨੇ ਕੋਈ ਡੰਨ ਲੱਗਾ ਵੀ ਤੁਸੀਂ ਅੰਮ੍ਰਿਤ ਛਕ ਕੇ ਗ੍ਰੰਥੀ ਬਣ ਕੇ ਤੇ ਇਹ ਕੁਝ ਕਰਨਾ। ਜੇ ਗੁਰੂ ਘਰ ਦੇ ਮੋਹਰੀ ਸਿੱਖ ਐਂ ਕਰਨਗੇ ਤੇ ਫਿਰ ਦੂਜਿਆਂ ਦਾ ਕੀ ਬਣੇਗਾ। ਇਸ ਕਰਕੇ ਉਹ ਫਿਰ ਕੋਈ ਇਹ ਧੰਦਾ ਥੋੜ੍ਹਾ ਹੈ ਵੀ ਇਹ ਤਾਂ ਲੋਕ ਜਾਣੇ ਹੋ ਗੀਤ ਹੈ ਤੋਂ ਬ੍ਰਹਮ ਵਿਚਾਰ। ਇਹ ਤਾਂ ਮਹਾਰਾਜ ਦੀ ਵਡਿਆਈ ਦਾ ਕਰਨ ਵਾਸਤੇ ਘਰ ਬਣਿਆ ਹੋਇਆ। ਧੰਦੇ ਕਰਨੇ ਆ ਮਾਇਆ ਕਮਾਉਣੀ ਹੋਰ ਬਹੁਤ ਕੁਝ ਆ ਚੰਗੇ ਮੰਦੇ ਕੰਮ ਫੀਮ ਪੋਸਤ ਡੋਡੇ ਚਿੱਟਾ ਕਾਲਾ ਵੇਚੀ ਜੋ ਜੇ ਪੈਸੇ ਕਮਾਉਣੇ ਉਹ ਉਹਨਾਂ ਦੀ ਮਰਿਆਦਾ ਉਵੇਂ ਆ। ਜੇ ਇੱਥੇ ਰਹਿਣਾ ਹੈ ਪਾਤਸ਼ਾਹ ਦੇ ਘਰ ਦਾ ਫੁਲਕਾ ਖਾਣਾ ਰਾਜ ਸਾਜ ਸਭ ਕੁਝ ਮਹਾਰਾਜ ਤੁਹਾਨੂੰ ਦੇਣਗੇ ਤੇ ਫਿਰ ਚੱਲਣਾ ਵੀ ਉਵੇਂ ਪੈਣਾ ਜਿਵੇਂ ਮਹਾਰਾਜ ਕਹਿ ਕੇ ਗਏ। ਇਹ ਨਹੀਂ ਵੀ ਖਾਈਏ ਸਾਰਾ ਕੁਝ ਗੁਰੂ ਘਰ ਦਾ ਤੇ ਜਿਵੇਂ ਕਰਨੀ ਮਰਜ਼ੀ ਇਹ ਨਹੀਂ ਹੋ ਸਕਦਾ ਗਾ। ਇੱਥੇ ਤਾਂ ਉਵੇਂ ਚੱਲਣਾ ਪੈਣਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਹੈ। ਤੋ ਪਾਤਸ਼ਾਹ ਨੇ ਸਮਝਾਇਆ ਉਹ ਨਾ ਸਮਝੇ। ਫਿਰ ਮਹਾਰਾਜ ਨੇ ਸਾਰੇ ਜਿਹੜੇ ਗੁੜ ਪਾ ਪਾ ਕੇ ਤਲੇ ਮਾਤਾ ਜੀ ਮਾਤਾ ਗੁਜਰ ਕੌਰ ਨੂੰ ਜਾ ਕੇ ਆਖਣ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਤਾ ਨਹੀਂ ਕੀ ਹੋ ਗਿਆ। ਮਹਾਰਾਜ ਤਾਂ ਹੁਣ ਤੇਲ ਪਾ ਕੇ ਜੀ ਤਲਣ ਲੱਗ ਪਏ ਜੀ। ਮਾਤਾ ਜੀ ਨੇ ਕੀ ਕਹਿਣਾ ਸੀਗਾ ਪਤਾ ਹੀ ਸੀ ਮਾਤਾ ਜੀ ਨੂੰ ਵੀ ਇਹ ਕੀ ਕੁਝ ਕਰਦੇ ਰਹੇ। ਇਸ ਤਰ੍ਹਾਂ ਫਿਰ ਬੜੇ ਸਤਿਗੁਰਾਂ ਨੇ ਭਜਾਏ। ਉਹ ਫਿਰ ਕੁਝ ਭੱਜ ਭੁੱਜ ਗਏ ਕੁਝ ਐਂ ਸਾੜ ਸੁੜ ਦਿੱਤੇ ਬੜੇ। ਤੋ ਫਿਰ ਸਭ ਕਹਿੰਦੇ ਸੀ ਵੀ ਗੁਰੂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹ ਹੋਰ ਨਹੀਂ ਅਸੀਂ ਕਿਸੇ ਨੂੰ ਗੁਰੂ ਮੰਨਣਾ ਗਾ। ਡਾਂਗ ਨਾਲ ਮਾਰਨੇ ਸਭ ਸਿੱਧੇ ਕਰ ਲਏ ਸੀ। ਇਸ ਤਰ੍ਹਾਂ ਹੁਣ ਵੀ ਜਿੰਨੇ ਰੌਲੇ ਪੰਥ ਦੇ ਵਿੱਚ ਅਤੇ ਕੋਈ ਕਿੱਧਰ ਨੂੰ ਤੁਰਿਆ ਫਿਰਦਾ। ਜਦੋਂ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਮਹਾਂਪੁਰਖ ਸੀਗੇ ਉਦੋਂ ਕਦੀ ਸੁਣਿਆ ਸੀ ਰੌਲਾ ਵੀ ਦਸਮ ਦਾ ਰੌਲਾ ਜੀ ਕੋਈ। ਅਤੇ ਉਦੋਂ ਕੋਈ ਸੁਣਿਆ ਸੀ ਜੀ ਆਹ ਕੋਈ ਕਿਸ ਤਰ੍ਹਾਂ ਦਾ ਰੌਲਾ ਪਾਉਂਦਾ ਫਿਰਦਾ ਕੋਈ ਨਵੀਆਂ ਹੀ ਕੋਈ ਸ਼ੋਸ਼ਾ ਰੋਜ਼ ਛੇੜ ਦਿੰਦਾ ਆ ਵੀ ਆਹ ਜੀ ਐਂ ਆ ਜੀ ਉਹ ਵਿੱਚ ਕਦੀ ਕੋਈ ਝਗੜਦਾ ਫਿਰਦਾ ਜੀ ਆ ਕੁਰਸੀਆਂ ਦਾ ਰੌਲਾ ਜੀ ਕੋਈ ਰੱਖਣੀਆਂ ਚਾਹੀਦੀਆਂ ਕਿ ਨਹੀਂ ਰੱਖਣੀਆਂ ਚਾਹੀਦੀਆਂ। ਕਈ ਤਰ੍ਹਾਂ ਦੀ ਮਰਿਆਦਾ ਲੈ ਕੇ ਤੁਰੇ ਫਿਰਦੇ। ਧੰਨ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਸਮੇਂ ਕੋਈ ਨਹੀਂ ਸੀ ਕੁਸਕਦਾ ਕਿਉਂਕਿ ਡਾਂਗ ਕਾਇਮ ਸੀ ਉਹਦੀ। ਸਭ ਗੁੱਠੇ ਲੱਗੇ ਸੀ ਅਤੇ ਜਿਹੜੇ ਪਖੰਡੀ ਦੰਭੀ ਸੀਗੇ ਲੌਂਗ ਲਾਚੀਆਂ ਦੇਣ ਵਾਲੇ ਸਭ ਨੇ ਮੂੰਗਫਲੀ ਦੀਆਂ ਰੇਹੜੀਆਂ ਲਾ ਲਈਆਂ ਸਨ। ਇਸ ਕਰਕੇ ਸਾਧ ਸੰਗਤ ਦੀ ਗੱਲ ਵੀ ਹੁਣ ਕੋਈ ਡਾਂਗ ਵਾਲਾ ਹੈ ਨਹੀਂ ਰਹਿ ਨਹੀਂ ਗਿਆ। ਜਿਸ ਕਰਕੇ ਜਿਹਦਾ ਜਿੱਧਰ ਨੂੰ ਜੀਅ ਕਰਦਾ ਉੱਧਰ ਨੂੰ ਆਪਦਾ ਹੀ ਪੰਥ ਬਣਾਈ ਫਿਰਦਾ ਜਿਵੇਂ ਜੀਅ ਕਰਦਾ ਉਵੇਂ ਵਿਚਰੀ ਜਾਂਦੇ। ਇਸ ਕਰਕੇ ਉਹ ਗੁਰੂ ਹਰਿਰਾਏ ਸਾਹਿਬ ਕਹਿੰਦੇ ਵੀ 10ਵੇਂ ਜਾਮੇ 'ਚ ਇੱਕ ਵਾਰੀ ਤਾਂ ਕਰਨਗੇ ਖਰਾਬ 10ਵੇਂ ਜਾਮੇ 'ਚ ਆ ਕੇ ਅਸੀਂ ਫਿਰ ਸਾਰੇ ਸਿੱਧੇ ਕਰ ਲੈਣੇ ਹਨ। ਫੁੱਟੇ ਟੋਟੇ ਜੋ ਤਬ ਹੋਏ ਅਸੀਂ ਜਿਹੜੇ ਟੋਟੇ ਹੋਏ ਹੋਣਗੇ ਪੰਥ ਦੇ ਉਹ ਸਾਰੇ ਇਕੱਠੇ ਕਰ ਲਵਾਂਗੇ ਜੀ ਇੱਕੋ ਬਣਾ ਦੇਵਾਂਗੇ। ਇਸ ਜਹਾਜ਼ ਪਰ ਚੜ੍ਹੈ ਸੋਏ ਸਾਰੇ ਜਿਹੜੇ ਨਾ ਉਹ ਇਸ ਜਹਾਜ਼ 'ਤੇ ਜਿਹੜੇ ਸੰਤ ਮਹਾਤਮਾ ਚੰਗੀਆਂ ਰੂਹਾਂ ਹੋਈਆਂ ਉਹ ਸਿੱਖ ਪੰਥ ਵਿੱਚ ਸ਼ਾਮਲ ਹੋਣਗੇ। ਭਾਵ ਅਸੀਂ ਅੰਮ੍ਰਿਤ ਛਕਾਵਾਂਗੇ ਅਤੇ ਇੱਦਾਂ ਭਾਰੀ ਸਿੱਖੀ ਦਾ ਪੰਥ ਦਾ ਖਾਲਸਾ ਪੰਥ ਦਾ ਪ੍ਰਤਾਪ ਵਧੇਗਾ। ਭਵ ਸਾਗਰ ਤੇ ਪਾਰ ਉਤਾਰੋ ਜਿਹੜਾ ਫਿਰ ਅੰਮ੍ਰਿਤ ਛਕੀ ਜਾਏਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋਈ ਜਾਏਗਾ। ਆਪਣੀ ਸੰਗਤ ਸਗਲ ਸੰਭਾਲੋ ਜਿਹੜੀ ਸੰਗਤ ਹੋਈ ਗੁਰੂ ਨਾਨਕ ਸਾਹਿਬ ਦੀ ਅਸੀਂ ਸਾਰੀ ਸੰਭਾਲ ਲਵਾਂਗੇ। ਇੱਕਰੀ ਭਟਕ ਜਾਣਗੇ ਪਰ 10ਵੇਂ ਜਾਮੇ 'ਚ ਅਸੀਂ ਫਿਰ ਸਾਂਭ ਲੈਣੇ ਹਨ। ਭਗਤ ਇਕੰਗੀ ਭਜਨ ਆਧਾਰੇ ਤੇ ਫਿਰ ਜਿਹੜੇ ਹੋਣਗੇ ਸਾਡੇ ਸਿੱਖ ਉਹ ਕੇਵਲ ਭਜਨ ਦੇ ਆਸਰੇ ਹੋਣਗੇ ਹੋਰ ਨਹੀਂ ਉਹ ਕਿਸੇ ਚੀਜ਼ ਨੂੰ ਮੰਨਣਗੇ। ਨਾਮ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਝੁਕਣਗੇ ਨਹੀਂ। ਬਾਣੀ ਨੂੰ ਆਧਾਰ ਮੰਨਣਗੇ ਬਾਣੀ ਨੂੰ ਗੁਰੂ ਮੰਨਣਗੇ। ਅਤੇ ਇਕਾਂਗੀ ਭਗਤ ਭਾਵ ਕੇਵਲ ਅਤੇ ਕੇਵਲ ਇੱਕ ਭਗਤੀ ਦੇ ਭਜਨ ਦੇ ਆਸਰੇ ਹੋਣਗੇ ਜੀ। ਹੋਏ ਹੈ ਮੇਰੇ ਦਾਸ ਅਪਾਰੇ ਐਸੇ ਸਾਡੇ ਦਾਸ ਬਹੁਤ ਬੇਅੰਤ ਹੋਣਗੇ ਗੁਰਮੁਖ ਪਿਆਰੇ ਜੋ ਭਰ ਕਰ ਪੂਰ ਕਰੋ ਸਭ ਪਾਰ। ਪੂਰ ਭਰ ਕੇ ਉਹ ਮਹਾਰਾਜ ਅੰਮ੍ਰਿਤ
ਖੰਡੇ ਬਾਟੇ ਦੀ ਪੌਲ ਦੀ ਗੱਲ ਕਰਦੇ ਇਸ਼ਾਰੇ ਨਾਲ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਭਰ ਕੇ ਨਾ ਪੂਰ ਜਹਾਜ਼ ਭਰ ਕੇ ਸੰਗਤ ਦੇ ਨਾਲ ਖੰਡੇ ਬਾਟੇ ਦੀ ਪੌਲ ਛਕਾ ਕੇ ਤੇ ਫਿਰ ਪਾਰ ਲਾਵਾਂਗੇ। ਪ੍ਰਗਟਾਵੋ ਅਸ ਪੰਥ ਤੇ ਉਦਾਰ ਐਸਾ ਬਹੁਤ ਭਾਰੀ ਜਾਹੋ ਜਲਾਲ ਦੇ ਸੰਯੁਕਤ ਖਾਲਸਾ ਪੰਥ ਅਸੀਂ ਪ੍ਰਗਟ ਕਰਾਂਗੇ। ਸੁਨ ਸਤਿਗੁਰ ਕੇ ਬਾਕ ਸੁਹਾਏ ਐਸੇ ਸੁਭਾਏਮਾਨ ਮੁਖ ਤੋਂ ਸਤਿਗੁਰਾਂ ਦੇ ਜਦੋਂ ਬਚਨ ਸੰਗਤ ਸੁਣ ਰਹੀ ਹੈ, ਸੰਗਤ ਸੁਨਤ ਸਕਲ ਹਰ ਖਾਏ ਸਾਰੀ ਸੰਗਤ ਸੁਣ ਸੁਣ ਕੇ ਬੜੀ ਪ੍ਰਸੰਨ ਹੋਈ। ਧੰਨ ਧੰਨ ਸਤਿਗੁਰ ਗੁਣ ਖਾਨੀ ਇਹ ਗੁਣਾਂ ਦੇ ਖਾਨੀ ਗੁਰੂ ਹਰਿ ਸਾਹਿਬ ਮਹਾਰਾਜ, ਤੁਸੀਂ ਧੰਨ ਹੋ ਪਾਤਸ਼ਾਹ, ਧੰਨ ਹੋ ਜੀ। ਜਿਨ ਤੁਮ ਜਾਣੇ ਧੰਨ ਸੇ ਪ੍ਰਾਨੀ ਜਿਨ੍ਹਾਂ ਮਹਾਰਾਜ ਜਿਨ੍ਹਾਂ ਨੇ ਤੁਹਾਨੂੰ ਜਾਣਿਆ, ਤੁਹਾਨੂੰ ਮੰਨਿਆ, ਪੂਜਿਆ, ਸਿਮਰਿਆ, ਉਹ ਪ੍ਰਾਣੀ ਵੀ ਧੰਨ ਹੋ ਗਏ ਹਨ। ਪਦ ਅਰਵਿੰਦ ਬਿਲੰਦ ਤੁਮਾਰੇ ਤੁਹਾਡੇ ਚਰਨ ਕਮਲ ਮਹਾਰਾਜ ਬਿਲੰਦ ਹਨ, ਭਾਵ ਵੱਡਿਆਂ ਤੋਂ ਵੱਡੇ ਹਨ, ਬਲੀ ਹਨ ਜੀ। ਤਰਹ ਧਿਆਨ ਤੇ ਕਸ਼ਟ ਬਿਦਾਰੇ ਜਿਹੜਾ ਤੁਹਾਡੇ ਚਰਨ ਕਮਲਾਂ ਦਾ ਪਾਤਸ਼ਾਹ ਧਿਆਨ ਧਰਦਾ ਹੈ, ਉਹਦੇ ਸਾਰੇ ਕਸ਼ਟ ਆਪ ਜੀ ਦੇ ਚਰਨ ਕਮਲਾਂ ਦੇ ਧਿਆਨ ਆਸਰੇ ਕੱਟੇ ਜਾਂਦੇ ਆ। ਹਿਮ ਕਹਿ ਕਰੀ ਬੰਦਨਾ ਬ੍ਰਿੰਦ ਏਦਾਂ ਦੇ ਬਚਨ ਕਹਿ ਕੇ ਸਭ ਸੰਗਤਾਂ ਨੇ ਪਾਤਸ਼ਾਹ ਦੇ ਚਰਨੀ ਨਮਸਕਾਰ ਕੀਤੀ ਹੈ। ਸੰਗਤਾਂ ਮਹਾਰਾਜ ਦੇ ਚਰਨੀ ਲੱਗੀਆਂ ਹਨ। ਗੁਰ ਬਿਲੰਦ ਵਾਲ ਸ੍ਰੀ ਗੋਬਿੰਦ ਏਦਾਂ ਸਾਧ ਸੰਗਤ ਜੀ, ਇਹ ਧੰਨ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਲੀ ਸ੍ਰੀ ਸੁਭਾਏਮਾਨ ਗੋ ਪ੍ਰਿਥਵੀ ਗੋ ਇੰਦਰਿਆਂ ਦੇ ਬਿੰਦ ਪ੍ਰਕਾਸ਼ ਸਾਹਿਬ, ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੀ ਵੱਡੀ ਵਡਿਆਈ। ਇੱਦਾਂ ਸਾਧ ਸੰਗਤ ਜੀ, ਪਰਮੇਸ਼ਰ ਸਰੂਪ ਪਾਤਸ਼ਾਹ ਦੀ ਸੋਭਾ ਸੰਗਤ ਨੇ ਕੀਤੀ। ਐਸਾ ਭਾਰੀ ਖਾਲਸੇ ਦੇ ਪ੍ਰਗਟ ਹੋਣ ਦਾ ਜਾਹੋ ਜਲਾਲ, ਸਹਿਤ ਪ੍ਰਗਟ ਹੋਣ ਦਾ ਭਵਿੱਖਿਤ ਵਾਕ, ਸਾਖੀ ਰੂਪ ਆਪ ਸਭ ਸੰਗਤਾਂ ਸਤਿਗੁਰੂ ਹਰਿ ਰਾਏ ਸਾਹਿਬ ਦੇ ਮੁਖਾਰਬਿੰਦ ਤੋਂ ਸ਼ਰਵਣ ਕੀਤਾ ਤੇ ਸਮਾਪਤਾ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਨਗੇ, ਕਥਾ ਸ਼ਰਵਣ ਕਰਕੇ ਨਿਤਾ ਪ੍ਰਤ ਲਾਹੇ ਪ੍ਰਾਪਤ ਕਰੀਏ ਜੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਿ ਹੈ ਮੇਲੇ। ਪਦ ਅਰਵਿੰਦ ਬਿਲੰਦ ਤੁਮਾਰੇ ਤਰਹ ਧਿਆਨ ਤਿਨ ਕਸ਼ਟ ਬਿਦਾਰੇ ਇਮ ਕਹਿ ਕਰੀ ਬੰਦਨਾ ਬ੍ਰਿੰਦ ਗੁਰ ਬਿਲੰਦ ਬਲ ਸ੍ਰੀ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।